ਵੀ ਜੇ ਤੁਸੀਂ ਆਪਣੇ ਬੱਚਿਆਂ ਵਿੱਚ ਇੱਕ ਕੌਨਫੀਡੈਂਸ ਲਿਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਥੀਏਟਰ ਸਬਜੈਕਟ ਹੈ ਜਿਹੜਾ ਸਕੂਲ ਲੈਵਲ ਤੇ ਫਿਰ ਗ੍ਰੈਜੂਏਸ਼ਨ ਲੈਵਲ ਤੇ ਹੋਣਾ ਚਾਹੀਦਾ, ਤਾਂ ਹੀ ਐਮਏ ਕਰਨ ਦਾ ਕੋਈ ਫਾਇਦਾ ਹੋਊਗਾ। ਅੱਜ ਸਾਡੇ ਸ਼ੋਅ ਵਿੱਚ ਮੌਜੂਦ ਨੇ ਪ੍ਰਸਿੱਧ ਐਕਟਰ, ਡਾਇਰੈਕਟਰ, ਰਾਈਟਰ ਹਰਕੇਸ਼ ਚੌਧਰੀ ਜੀ। ਗੁਰਮੀਤ ਜੀ, ਰੰਗਮੰਚ ਦੀ ਸ਼ੁਰੂਆਤ ਦਾ ਜਿਹੜਾ ਇੱਕ ਪੌਦਾ ਮਨ ਵਿੱਚ ਲੱਗਣ ਵਾਲਾ ਬੀਜ, ਜਿਹੜਾ ਅੰਕੁਰ ਹੈ ਜਿਹੜਾ, ਉਹ ਤਾਂ ਇਸ ਰੂਪ ਵਿੱਚ ਫੁੱਟਿਆ ਸੀਗਾ ਵੀ ਮੈਂ ਜਦੋਂ 5ਵੀਂ ਜਮਾਤ ਵਿੱਚ ਪੜ੍ਹਦਾ ਸੀ ਤੇ ਸਾਡੇ ਇੱਥੇ ਮੁੱਲਾਂਪੁਰ ਵਿੱਚ ਅਜਮੇਰ ਔਲਖ ਜੀ ਨਾਟਕ ਕਰਨ ਆਏ ਸੀਗੇ। ਸ਼ੁਰੂਆਤੀ ਦੌਰ ਵਿੱਚ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਘਰੇ ਬਹੁਤ ਝਿੜਕਾਂ ਪੈਂਦੀਆਂ ਸੀਗੀਆਂ। ਹਰੇਕ ਵਾਰੀ ਇਹ ਕਹਿ ਕੇ ਵੀ ਛੁਟਕਾਰਾ ਹੁੰਦਾ ਸੀਗਾ ਵੀ ਚੱਲ ਅੱਗੇ ਤੋਂ ਨਹੀਂ ਕਰਦੇ। ਗੁਰਸ਼ਰਨ ਕਲਾ ਭਵਨ ਵਿੱਚ ਨਵਸੇਧ ਲਾਇਬ੍ਰੇਰੀ ਹੈ ਜਿਹਦੇ ਵਿੱਚ 2500 ਦੇ ਕਰੀਬ ਕਿਤਾਬਾਂ ਵਾ ਤੇ ਜਿੰਨੀਆਂ ਵੀ ਨਵੀਆਂ ਕਿਤਾਬਾਂ ਛਪਦੀਆਂ ਵਾ ਉਹ ਅਸੀਂ ਇਹਦੇ ਵਿੱਚ ਲੈ ਆਉਂਦੇ ਹਾਂ। ਤੇ ਉਸ ਤੋਂ ਬਿਨਾਂ ਸੈਮੀਨਾਰ ਹਾਲ ਹੈਗਾ ਸਾਡੇ ਕੋਲੇ, ਤੇ ਗੁਰਸ਼ਰਨ ਕਲਾ ਭਵਨ ਵਿੱਚ ਕਲਾਕਾਰਾਂ ਦੇ ਰਹਿਣ ਲਈ ਤੇ ਥੱਲੇ ਇੱਕ ਹੋਰ ਸੈਮੀਨਾਰ ਹਾਲ ਬਣਾਉਣ ਜਾ ਰਹੇ ਹਾਂ। ਵਿਚਾਰ ਅਧੀਨ ਹੈ, ਅਸੀਂ ਕਰਾਂਗੇ ਪੂਰਾ। ਥੀਏਟਰ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਸਾਰੀਆਂ ਕਲਾਵਾਂ ਦਾ ਸੁਮੇਲ ਹੁੰਦਾ ਹੈ, ਜਿਸ ਵਿੱਚ ਡਾਂਸ, ਮਿਊਜ਼ਿਕ, ਸੈਟ ਡਿਜ਼ਾਈਨਿੰਗ, ਕੋਸਟਿਊਮ ਡਿਜ਼ਾਈਨਿੰਗ, ਡਰਾਇੰਗ, ਇਹ ਸਭ ਕੁਝ ਉਸ ਵਿੱਚ ਸ਼ਾਮਿਲ ਹੁੰਦੇ ਹਨ। ਹਰ ਇੱਕ ਐਕਟਰ, ਐਕਟਰੈਸ ਆਪਣੀ ਜ਼ਿੰਦਗੀ ਦੇ ਤਜਰਬੇ, ਕਾਲਪਨਿਕ ਕਥਾਵਾਂ ਨੂੰ ਮੰਚ ਉੱਪਰ ਲੋਕਾਂ ਸਾਹਮਣੇ ਦਰਸਾਉਂਦਾ ਹੈ। ਅੱਜ ਸਾਡੇ ਸ਼ੋਅ ਵਿੱਚ ਮੌਜੂਦ ਨੇ ਪ੍ਰਸਿੱਧ ਐਕਟਰ, ਡਾਇਰੈਕਟਰ, ਰਾਈਟਰ ਹਰਕੇਸ਼ ਚੌਧਰੀ ਜੀ। ਹਰਕੇਸ਼ ਚੌਧਰੀ ਜੀ, ਤੁਹਾਡਾ ਸਾਡੇ ਸ਼ੋਅ ਰੰਗਮੰਚ ਔਰ ਫਿਲਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਗੁਰਮੀਤ ਜੀ, ਰੰਗਮੰਚ ਤੇ ਫਿਲਮ ਦੇ ਸ਼ੋਅ ਵਿੱਚ ਮੈਨੂੰ ਸੱਦਾ ਦੇਣ ਲਈ। ਮੇਰੀ ਗੱਲ ਹਜ਼ਾਰਾਂ ਲੱਖਾਂ ਦੇਸ਼ ਵਿਦੇਸ਼ ਦੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਕੀ ਕੰਮ ਕਰ ਰਿਹਾ ਹੈ, ਉਹ ਸਾਰੀਆਂ ਗੱਲਾਂ ਦਰਸ਼ਕਾਂ ਤੱਕ, ਪਾਠਕਾਂ ਤੱਕ, ਸਰੋਤਿਆਂ ਤੱਕ ਪਹੁੰਚਾਉਣ ਲਈ ਬਹੁਤ-ਬਹੁਤ ਧੰਨਵਾਦ। ਹਰਕੇਸ਼ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਤੁਹਾਡੀ ਰੰਗਮੰਚ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ? ਗੁਰਮੀਤ ਜੀ, ਰੰਗਮੰਚ ਦੀ ਸ਼ੁਰੂਆਤ ਦਾ ਜਿਹੜਾ ਇੱਕ ਪੌਦਾ ਮਨ ਵਿੱਚ ਲੱਗਣ ਵਾਲਾ ਬੀਜ, ਜਿਹੜਾ ਅੰਕੁਰ ਹੈ ਜਿਹੜਾ, ਉਹ ਤਾਂ ਇਸ ਰੂਪ ਵਿੱਚ ਫੁੱਟਿਆ ਸੀਗਾ ਵੀ ਮੈਂ ਜਦੋਂ 5ਵੀਂ ਜਮਾਤ ਵਿੱਚ ਪੜ੍ਹਦਾ ਸੀ ਤੇ ਸਾਡੇ ਇੱਥੇ ਮੁੱਲਾਂਪੁਰ ਵਿੱਚ ਅਜਮੇਰ ਔਲਖ ਜੀ ਨਾਟਕ ਕਰਨ ਆਏ ਸੀਗੇ। ਤੇ ਬਾਈ ਚਾਂਸ ਮੇਰਾ ਇੱਕ ਦੋਸਤ ਸੀਗਾ ਜਿਹਦੇ ਫਾਦਰ ਹੋਰਾਂ ਨੇ ਅਮਰਜੀਤ ਧੀਰ ਜੀ ਹੁੰਦੇ ਸੀਗੇ, ਉਹਨਾਂ ਨੇ ਇਹ ਆਯੋਜਨ ਕੀਤਾ ਸੀ ਪ੍ਰੋਗਰਾਮ। ਤੇ ਮੇਰੇ ਦੋਸਤ ਨੇ ਮੈਨੂੰ ਸੱਦਾ ਦਿੱਤਾ ਵੀ ਆਪਾਂ ਜਾਣਾ ਵਾ, ਤੇ ਮੈਂ ਵੀ ਚਲਾ ਗਿਆ ਉੱਥੇ ਦੇਖਣ। ਬਾਈ ਚਾਂਸ ਉੱਥੇ ਮੀਂਹ ਪੈ ਗਿਆ ਤੇ ਮੈਂ ਦਰਸ਼ਕਾਂ ਵਿੱਚ ਬੈਠਾ ਸੀਗਾ ਤੇ ਬੜਾ ਨਿਰਾਸ਼ ਹੋਇਆ ਵੀ ਸ਼ੋਅ ਅੱਜ ਹੋਣਾ ਨਹੀਂ ਹੈਗਾ, ਮੀਂਹ ਪੈ ਗਿਆ। ਤੇ ਅਜਮੇਰ ਔਲਖ ਸਾਹਿਬ ਆਏ ਮੰਚ ਤੇ, ਉਹਨਾਂ ਨੇ ਕਿਹਾ ਵੀ ਪਿਆਰੇ ਦਰਸ਼ਕੋ, ਜਿੰਨੇ ਕੁ ਤੁਸੀਂ ਆਏ ਹੋ ਤੁਹਾਡਾ ਅਸੀਂ ਮਾਣ ਰੱਖਦੇ ਹੋਏ ਅਸੀਂ ਅੱਜ ਬਿਨਾਂ ਕਾਸਟਿਊਮ ਤੇ ਬਿਨਾਂ ਮੇਕਅਪ ਦੇ ਤੁਹਾਨੂੰ ਨਾਟਕ ਦਿਖਾ ਦਿੰਦੇ ਹਾਂ, ਕੱਲ੍ਹ ਤੁਸੀਂ ਦੇਖਣ ਆਇਓ। ਤੇ ਉਹਨਾਂ ਨੇ ਇੰਟਰੋਡਕਸ਼ਨ ਕਰਾਉਂਦਿਆਂ ਹੋਇਆਂ ਬਗਾਨੇ ਬੋਰਡ ਦੀ ਸ਼ਾਨ ਨਾਟਕ ਸੀਗਾ, ਤੇ ਉਹਨਾਂ ਨੇ ਕਿਹਾ ਵੀ ਆਹ ਜਿਹੜਾ ਲੜਕਾ ਹੁਣ ਤੁਹਾਡੇ ਸਾਹਮਣੇ ਬੈਠਾ ਹੈ, ਕੱਲ੍ਹ ਨੂੰ ਇਹ 60 ਕੁ ਸਾਲ ਦਾ ਬਜ਼ੁਰਗ ਹੀ ਲੱਗੂਗਾ। ਅੱਜ ਤਾਂ ਇਹ ਨੌਜਵਾਨ ਮੁੰਡਾ ਹੀ ਲੱਗ ਰਿਹਾ ਤੇ ਕੱਲ੍ਹ ਨੂੰ ਇੱਦਾਂ ਲੱਗੂਗਾ। ਇਸ ਗੱਲ ਦਾ ਮੇਰੇ ਮਨ 'ਤੇ ਬੜਾ ਅਸਰ ਹੋਇਆ ਕਿ ਮੇਰੇ ਮਨ ਵਿੱਚ ਇੱਕ ਜਿਗਿਆਸਾ ਜਾਗ ਪਈ, ਮਨ ਵਿੱਚ ਇੱਛਾ ਜਾਗ ਪਈ ਵੀ ਇਹ ਕਿੱਦਾਂ ਹੋ ਸਕਦਾ ਵਾ। ਤੇ ਦੂਸਰੇ ਦਿਨ ਵੀ ਮੈਂ ਨਾਟਕ ਵੇਖਣ ਗਿਆ। ਸੋ ਦੂਸਰੇ ਦਿਨ ਨਾਟਕ ਵੇਖ ਕੇ ਬੜਾ ਮਨ 'ਤੇ ਅਸਰ ਹੋਇਆ। ਸ਼ਾਇਦ ਉਦੋਂ ਇਹ ਨਹੀਂ ਸੀ ਸੋਚਿਆ ਵੀ ਅਸੀਂ ਰੰਗਮੰਚ ਆਪ ਵੀ ਕਰਾਂਗੇ। ਜਿਹੜਾ ਉਹ ਪਾਤਰ 2 ਦਿਨ ਮੈਂ ਦੇਖਦਾ ਰਿਹਾ ਵੀ ਇੱਕ ਦਿਨ ਨੌਜਵਾਨ ਬਣ ਕੇ ਸਾਹਮਣੇ ਆਇਆ, ਦੂਸਰੇ ਦਿਨ ਉਹੀ ਪਾਤਰ ਬੁੱਢਾ ਬਣ ਕੇ, ਇੱਕ ਬਜ਼ੁਰਗ ਬਣ ਕੇ ਸਾਹਮਣੇ ਆਉਂਦਾ ਵਾ। ਤੇ ਵੀ ਉਸ ਦੀ ਥਾਂ 'ਤੇ ਅਸੀਂ ਵੀ ਕਦੇ ਉਸ ਸਟੇਜ 'ਤੇ ਰੰਗਮੰਚ 'ਤੇ ਜਾ ਕੇ ਨਾਟਕ ਕਰਾਂਗੇ, ਇਸ ਤਰ੍ਹਾਂ ਦੀ ਕੋਈ ਸੋਚ ਨਹੀਂ ਸੀ। ਪਰ ਉਸ ਗੱਲ ਦਾ, ਉਸ ਘਟਨਾ ਦਾ ਅਸਰ ਬੜਾ ਮਨ ਵਿੱਚ ਹੋਇਆ। ਉਸ ਤੋਂ ਤੁਹਾਡਾ ਲਿੰਕ ਜੁੜ ਗਿਆ ਵੀ ਥੀਏਟਰ ਪ੍ਰਤੀ। ਹਾਂ, ਇਹ ਕਿਹਾ ਜਾ ਸਕਦਾ ਵਾ।
ਪਰ ਇਹਨੂੰ ਐ ਪੱਕਾ ਵੀ ਨਹੀਂ ਮੰਨਿਆ ਜਾ ਸਕਦਾ, ਪਰ ਉਹ ਘਟਨਾ ਮੇਰੇ ਜਿਹੜੀ ਅਵਚੇਤਨ ਮਨ ਆ ਉਹਦੇ ਵਿੱਚ ਬੈਠੀ ਹੋਈ ਹੈ, ਉਹਨੂੰ ਮੈਂ ਕਦੇ ਭੁੱਲ ਨਹੀਂ ਸਕਿਆ ਹੈਗਾ। ਤੇ ਫਿਰ ਮੈਂ ਪੜ੍ਹਦਾ ਰਿਹਾ, ਤੇ ਪੜ੍ਹਨ ਦਰਮਿਆਨ ਤਾਂ ਇਦਾਂ ਵੀ ਲੱਗਦਾ ਸੀਗਾ ਵੀ ਜਦੋਂ ਮੈਂ MA ਪਹਿਲਾਂ ਪੰਜਾਬੀ ਦੀ ਕੀਤੀ ਹੈ, ਤੇ ਉਸ ਦਰਮਿਆਨ ਤਾਂ ਮੈਂ ਇਦਾਂ ਵੀ ਸੋਚਣ ਲੱਗ ਗਿਆ ਸੀ ਵੀ ਉਹਨਾਂ ਦਿਨਾਂ ਵਿੱਚ ਪੁਲਿਸ ਦੀ ਭਰਤੀ ਖੁੱਲ੍ਹੀ, ਤੇ ਮੈਂ ਸੋਚਿਆ ਵੀ ਪੁਲਿਸ ਵਿੱਚ ਚਲੇ ਜਾਵਾਂ, ਤੇ ਪਰ ਉਹ ਵੀ ਨਹੀਂ ਸੀ। ਰੰਗਮੰਚ ਵਿੱਚ ਹੀ ਜ਼ਿਆਦਾ ਟਾਈਮ ਬਿਤਾਉਣਾ ਸੀਗਾ ਸ਼ਾਇਦ, ਤੇ ਇਸ ਕਰਕੇ ਰੰਗਮੰਚ ਵਿੱਚ ਹੀ ਜ਼ਿਆਦਾ ਟਾਈਮ ਲੱਗਿਆ। ਹਰਕੇਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਵੀ ਔਲਖ ਜੀ ਦਾ ਤੁਸੀਂ ਨਾਟਕ ਦੇਖ ਕੇ ਤੁਹਾਡੇ ਮਨ ਵਿੱਚ ਜਿਗਿਆਸਾ ਜਗੀ ਵੀ ਨਾਟਕ ਪ੍ਰਤੀ, ਵੀ ਇਸ ਤਰ੍ਹਾਂ ਦੇ ਵੀ ਕੋਈ ਹੁੰਦਾ ਹੈ ਵੀ ਜਿਸ ਨੂੰ ਉਮਰ ਦੇ ਹਿਸਾਬ ਨਾਲ ਤੁਸੀਂ ਚੇਂਜ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਤੁਸੀਂ ਆਪਣੀ ਲਾਈਫ ਦਾ ਪਹਿਲਾ ਨਾਟਕ ਕਦੋਂ ਕੀਤਾ? ਪਹਿਲਾ ਨਾਟਕ ਅਸੀਂ ਜਨਵਰੀ 1999 ਵਿੱਚ ਕੀਤਾ, 29 ਜਨਵਰੀ ਨੂੰ, ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿਖੇ। ਉੱਥੋਂ ਹੀ ਮੈਂ 10ਵੀਂ ਕਰਕੇ ਗਿਆ ਸੀ। ਉਦੋਂ ਬਾਅਦ ਮੈਂ +1 ਵਿੱਚ ਪੜ੍ਹਨ ਲੱਗ ਗਿਆ, ਤੇ ਉਦੋਂ ਅਸੀਂ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ 1988 ਵਿੱਚ ਬਣਾ ਲਈ ਸੀਗੀ। ਉਹ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਿੱਚ ਰਾਜੀਵ ਸ਼ਰਮਾ ਸੀਗੇ, ਤੇਜਿੰਦਰ ਧੀਰ ਸੀ, ਸੁਰਿੰਦਰ ਸ਼ਰਮਾ ਸੀ, ਤੇ ਮੈਂ ਸੀ। 4 ਦੋਸਤਾਂ ਨੇ ਸੋਚਿਆ ਵੀ ਅਸੀਂ ਆਪਣਾ ਇੱਕ ਰੰਗਮੰਚ ਦਾ ਥੜਾ ਬਣਾਈਏ। ਸੋ ਅਸੀਂ 88 ਵਿੱਚ, ਦਸੰਬਰ 1988 ਵਿੱਚ ਇਹ ਬਣਾਇਆ, ਤੇ ਨਾਲ ਹੀ ਰਿਹਰਸਲਾਂ ਸਟਾਰਟ ਕਰ ਦਿੱਤੀਆਂ, ਤੇ 29 ਜਨਵਰੀ 1999 ਵਿੱਚ ਪਹਿਲਾ ਸ਼ੋਅ ਕੀਤਾ। ਹਰਸ਼ਰਨ ਸਿੰਘ ਜੀ ਦਾ ਇੱਕ ਪਲੇ ਹੈ ਬੱਬਰ, ਬੱਬਰ ਪਲੇ ਅਸੀਂ ਖੇਡਿਆ ਸੀਗਾ ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿਖੇ। ਤੇ ਉਦੋਂ ਅਸੀਂ ਆਪਸ ਵਿੱਚ ਹੀ ਪਲੇ ਡਾਇਰੈਕਟ ਕਰਦੇ ਸੀ, ਪਰ ਮੁੱਖ ਜ਼ਿੰਮੇਵਾਰੀ ਰਾਜੀਵ ਸ਼ਰਮਾ ਜੀ ਦੀ ਸੀ। ਰਾਜੀਵ ਸ਼ਰਮਾ ਅੱਜ ਕੱਲ੍ਹ ਫਿਲਮ ਇੰਡਸਟਰੀ ਵਿੱਚ ਹੈ, ਪੈਰਲਲ ਸਿਨੇਮਾ ਜਿਹੜਾ ਪੀਪਲ ਥੀਏਟਰ ਹੈ, ਉਹ ਪੀਪਲ ਫਿਲਮ ਦਾ ਕਨਸੈਪਟ ਲੈ ਕੇ ਆਏ ਆ ਵੀ ਲੋਕਾਂ ਦੀ ਫਿਲਮ ਲੋਕਾਂ ਵਿੱਚ ਜਾ ਕੇ ਦਿਖਾਈ ਜਾਵੇ। ਉਹਨਾਂ ਨੇ ਨਾਬਰ ਫਿਲਮ ਬਣਾਈ ਸੀਗੀ, ਜਿਹਨੂੰ ਨੈਸ਼ਨਲ ਅਵਾਰਡ ਵੀ ਮਿਲਿਆ, ਤੇ ਉਹ ਅੱਜ ਕੱਲ੍ਹ ਫਿਲਮਾਂ ਵਿੱਚ ਕੰਮ ਕਰਦੇ ਆ। ਸੁਰਿੰਦਰ ਸ਼ਰਮਾ ਜੀ ਇੱਥੇ ਲੋਕ ਕਲਾ ਮੰਚ ਵਿੱਚ ਕੰਮ ਕਰਦੇ ਆ, ਫਿਲਮ ਐਕਟਰ ਦੇ ਤੌਰ 'ਤੇ ਵੀ ਕੰਮ ਕਰਦੇ ਆ। ਤੇ ਚੌਥਾ ਸਾਥੀ ਤੇਜਿੰਦਰ ਧੀਰ ਆਪਣਾ ਬਿਜ਼ਨਸ ਕਰਦਾ, ਤੇ ਮੈਂ ਲੋਕ ਕਲਾ ਮੰਚ ਵਿੱਚ ਥੀਏਟਰ ਕਰਦਾ। ਜਿਸ ਤਰ੍ਹਾਂ ਤੁਸੀਂ ਦੱਸਿਆ, ਸੋ ਤੁਸੀਂ ਆਪਣਾ ਲੋਕ ਕਲਾ ਮੰਚ ਥੀਏਟਰ ਬਣਾਇਆ, ਕਿ ਤੁਹਾਨੂੰ ਪਤਾ ਹੀ ਇਸ ਤੋਂ ਪਹਿਲਾਂ ਕੋਈ ਗਰੁੱਪ ਹੁੰਦੇ ਨੇ ਇਸ ਤਰ੍ਹਾਂ ਜੋ ਅਲੱਗ-ਅਲੱਗ ਸ਼ਹਿਰਾਂ ਵਿੱਚ ਕੰਪੀਟੀਸ਼ਨ ਵਿੱਚ ਇਹਦਾ ਨਾਟਕ ਕਰਦੇ ਨੇ? ਹਾਂ, ਇੰਨੀ ਕੁ ਜਾਣਕਾਰੀ ਸਾਨੂੰ ਹੋ ਗਈ ਸੀਗੀ। ਅਜਮੇਰ ਔਲਖ ਜੀ ਦਾ ਜਿਹੜਾ ਰੰਗਮੰਚ ਸੀਗਾ ਉਹਨੂੰ ਅਸੀਂ ਜਾਣਦੇ ਸੀਗੇ। ਗੁਰਸ਼ਰਨ ਭਾਜੀ ਦਾ ਰੰਗਮੰਚ ਉਹਨੂੰ ਜਾਣਦੇ ਸੀਗੇ। ਗੁਰਸ਼ਰਨ ਭਾਜੀ ਦਾ ਉਦੋਂ ਇੱਕ ਟੈਲੀਵਿਜ਼ਨ ਤੇ ਸੀਰੀਅਲ ਵੀ ਚੱਲਦਾ ਹੁੰਦਾ ਸੀਗਾ, ਭਾਈ ਮੰਨਾ ਸਿੰਘ। ਹਾਂਜੀ, ਭਾਈ ਮੰਨਾ ਸਿੰਘ ਜੀ ਤੋਂ ਵੀ ਬਹੁਤ ਪ੍ਰਭਾਵਿਤ ਸੀਗੇ ਅਸੀਂ। ਤੇ ਇਸ ਤਰ੍ਹਾਂ ਵੀ ਅਸੀਂ ਆਪਣਾ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਬਣਾ ਲਿਆ। ਤੇ ਫਿਰ ਉਦੋਂ ਅਸੀਂ ਜਾਣੀ ਇਹ ਸੀ ਵੀ ਸਾਰੇ ਮੁੰਡੇ ਇੱਕੋ ਉਮਰ ਦੇ ਸੀਗੇ, ਕੋਈ ਪ੍ਰੋਫੈਸ਼ਨਲ ਡਾਇਰੈਕਟਰ ਨਹੀਂ ਸੀਗਾ। ਆਪ ਹੀ ਸਮਝ ਨਾਲ ਜਿੰਨੀ ਕੁ ਸਾਨੂੰ ਸਮਝ ਹੁੰਦੀ ਸੀ ਉਸ ਹਿਸਾਬ ਨਾਲ ਅਸੀਂ ਪਲੇ ਕਰ ਲੈਂਦੇ ਸੀ। ਸੋ ਉਹਦੇ ਲਈ ਸਾਨੂੰ ਇੱਦਾਂ ਲੱਗਦਾ ਸੀਗਾ ਵੀ ਕੋਈ ਬੰਦਾ ਟ੍ਰੇਨਡ ਬੰਦਾ ਸਾਨੂੰ ਕੁਛ ਟ੍ਰੇਨਿੰਗ ਦੇ ਕੇ ਜਾਵੇ। ਤੇ ਫਿਰ ਅਸੀਂ ਮੁੱਲਾਂਪੁਰ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ, ਤੇ ਗੁਰਸ਼ਰਨ ਭਾਜੀ ਨੇ ਆਪਣੇ ਬਹੁਤ ਹੀ ਬੈਸਟ ਕਲਾਕਾਰ ਨੂੰ ਸਾਡੇ ਕੋਲੇ ਭੇਜਿਆ, ਤੇ ਉਹਨਾਂ ਦਾ ਨਾਮ ਸੀਗਾ ਸੁਖਦੇਵ ਪ੍ਰੀਤ। ਸੁਖਦੇਵ ਪ੍ਰੀਤ ਜੀ ਨੇ ਇੱਥੇ 10-15 ਦਿਨ ਦੀ ਵਰਕਸ਼ਾਪ ਲਗਾਈ, ਤੇ ਉਹ ਸਾਡੀ ਪਹਿਲੀ ਟ੍ਰੇਨਿੰਗ ਸੀਗੀ। ਤੇ ਸੁਖਦੇਵ ਪ੍ਰੀਤ ਜੀ ਨੇ ਸ਼ਾਇਦ ਦੱਸਿਆ ਗੁਰਸ਼ਰਨ ਭਾਜੀ ਨੂੰ ਜਾ ਕੇ ਵੀ ਮੁੱਲਾਂਪੁਰ ਵਿੱਚ ਜਿਹੜੇ ਮੁੰਡੇ ਕੰਮ ਕਰਦੇ ਆ, ਅੱਛਾ ਕੰਮ ਕਰਦੇ ਆ, ਜਾਂ ਬਹੁਤ ਐਨਰਜੀ ਹੈ, ਸ਼ਾਇਦ ਉਹਨਾਂ ਨੇ ਦੱਸਿਆ ਹੋਊਗਾ। ਤੇ ਫਿਰ ਗੁਰਸ਼ਰਨ ਭਾਜੀ ਨੇ 8-9 ਜੁਲਾਈ ਦੀ ਰਾਤ ਨੂੰ ਪੰਜਾਬੀ ਭਵਨ ਵਿੱਚ ਇੱਕ ਫੈਸਟੀਵਲ, ਥੀਏਟਰ ਫੈਸਟੀਵਲ ਕਰਨਾ ਸੀਗਾ। ਪੂਰੀ ਰਾਤ ਦਾ ਸਮਾਗਮ ਸੀਗਾ। ਉਹਦੇ ਲਈ ਉਹਨਾਂ ਨੇ ਮੈਨੂੰ ਪਹਿਲੀ ਚਿੱਠੀ ਲਿਖੀ, 15 ਪੈਸੇ ਵਾਲਾ ਜਿਹੜਾ ਕਾਰਡ ਹੁੰਦਾ, ਉਹਦੇ ਤੇ ਪਾਇਆ ਕਿ ਮੈਂ ਵਰਕਸ਼ਾਪ ਲਗਾਉਣੀ ਹੈ, ਤੁਸੀਂ ਆ ਜਾਓ। ਤੇ ਅਸੀਂ 4 ਸਾਥੀ ਫਿਰ ਉੱਥੇ ਗਏ ਸੀਗੇ ਗੁਰਸ਼ਰਨ ਭਾਜੀ ਨਾਲ। ਅਸੀਂ ਉਦੋਂ ਲਗਭਗ 15-20 ਦਿਨ ਦੀ ਵਰਕਸ਼ਾਪ ਲਗਾਈ। ਪੰਜਾਬੀ ਭਵਨ ਵਿੱਚ ਹੀ ਰਹਿੰਦੇ ਸੀਗੇ, ਉੱਥੇ ਹੀ ਸਾਰੇ ਕਲਾਕਾਰ ਰਹਿੰਦੇ ਸੀ, ਉੱਥੇ ਹੀ ਰਿਹਰਸਲਾਂ ਕਰਦੇ ਸੀ। 15 ਦਿਨਾਂ ਦੀ ਵਰਕਸ਼ਾਪ ਤੋਂ ਬਾਅਦ 8-9 ਜੁਲਾਈ ਦੀ ਦਰਮਿਆਨੀ ਰਾਤ ਨੂੰ ਉਹ ਫੈਸਟੀਵਲ ਹੋਇਆ। ਉਹ ਗੁਰਸ਼ਰਨ ਭਾਜੀ ਨਾਲ ਜੁੜਨ ਦੀ ਸਾਡੀ ਪਹਿਲੀ ਘਟਨਾ ਸੀਗੀ, ਜਾਂ ਪਹਿਲਾ ਮਾਣ ਸੀਗਾ, ਜਾਂ ਪਹਿਲਾ ਸਨਮਾਨ ਸੀਗਾ। ਜਾਣੀ ਗੁਰਸ਼ਰਨ ਭਾਜੀ ਦੀ ਜੋ ਉਹ ਚਿੱਠੀ ਵੀ ਮੈਂ ਬਹੁਤ ਸਾਂਭ ਰੱਖੀ
ਕਿ ਗੁਰਸ਼ਰਨ ਭਾਜੀ ਨੇ ਮੈਨੂੰ ਪਹਿਲੀ ਚਿੱਠੀ ਭੇਜੀ ਸੀਗੀ 15 ਪੈਸੇ ਦੇ ਕਾਰਡ, ਉਦੋਂ ਉਹ 15 ਪੈਸੇ ਦੇ ਉਸ ਸਮੇਂ ਉਹ ਕਾਰਡ ਚੱਲਦੇ ਹੁੰਦੇ ਹਾਂ ਹਾਂ ਹਾਂ। ਸੋ ਉਦੋਂ ਫਿਰ ਗੁਰਸ਼ਰਨ ਭਾਜੀ ਨਾਲ ਜੁੜ ਗਏ। ਉਦੋਂ ਗੁਰਸ਼ਰਨ ਭਾਜੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਆ ਕੇ ਰਹਿਣਾ ਸ਼ੁਰੂ ਕਰ ਗਏ ਸੀਗੇ। ਤੇ ਫਿਰ ਗੁਰਸ਼ਰਨ ਭਾਜੀ ਦੀ ਟੀਮ ਵਿੱਚ ਵੀ ਅਸੀਂ ਮੈਂ ਤੇ ਮੇਰਾ ਸਾਥੀ ਰਾਜੀਵ ਸ਼ਰਮਾ ਅਸੀਂ ਕੰਮ ਕਰਦੇ ਰਹੇ। ਤੇ ਬਾਅਦ ਵਿੱਚ ਰਾਜੀਵ ਸ਼ਰਮਾ ਨੇ ਚੰਡੀਗੜ੍ਹ ਵਿੱਚ ਐਡਮਿਸ਼ਨ ਲੈ ਲਈ MA ਥੀਏਟਰ ਲਈ, ਤੇ ਸੁਰਿੰਦਰ ਸ਼ਰਮਾ ਜੀ ਫਿਰ ਮੇਰੇ ਨਾਲ ਆ ਕੇ ਕਰਨ ਲੱਗ ਗਏ ਗੁਰਸ਼ਰਨ ਭਾਜੀ ਦੀ ਟੀਮ ਵਿੱਚ। ਗੁਰਸ਼ਰਨ ਭਾਜੀ ਦੀ ਟੀਮ ਵਿੱਚ ਅਸੀਂ ਲਗਭਗ 97 ਤੱਕ ਕੰਮ ਕੀਤਾ। ਤੇ ਇੱਧਰ ਵੀ ਅਸੀਂ ਲੋਕ ਕਲਾ ਮੰਚ ਨੂੰ ਵੀ ਨਾਲ ਦੀ ਨਾਲ ਚਲਾਉਂਦੇ ਰਹੇ। ਲੋਕ ਕਲਾ ਮੰਚ ਨੂੰ ਸ਼ੁਰੂਆਤੀ ਦਿਨਾਂ ਵਿੱਚ ਕੋਈ ਬੁਲਾਉਂਦਾ ਨਹੀਂ ਸੀਗਾ, ਜਿੱਦਾਂ ਵੀ ਹੁਣ ਤਾਂ ਸਾਨੂੰ ਬਹੁਤ ਸਾਰੀਆਂ ਕਲੱਬਾਂ, ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ, ਬਹੁਤ ਸਾਰੀਆਂ ਜਥੇਬੰਦੀਆਂ, ਕਿਸਾਨ ਯੂਨੀਅਨਾਂ, ਤਕਸ਼ਿਲ ਸੁਸਾਇਟੀ ਵਾਲੇ ਬੁਲਾਉਂਦੇ ਆ ਕਿ ਸਾਡੇ ਨਾਟਕ ਕਰਕੇ ਜਾਓ। ਉਹਨਾਂ ਦਿਨਾਂ ਵਿੱਚ ਸਾਨੂੰ ਕੋਈ ਬੁਲਾਉਂਦਾ ਹੀ ਨਹੀਂ ਸੀਗਾ। ਜਦੋਂ ਵੀ ਅਸੀਂ ਆਪਣੇ ਇਲਾਕੇ ਵਿੱਚ ਨੇੜੇ ਤੇੜੇ ਕਿਤੇ ਕੋਈ ਸਮਾਗਮ ਦੇਖਦੇ ਵੀ ਉੱਥੇ ਨਾਟਕ ਮੇਲਾ ਹੋਣਾ ਵਾ, ਅਸੀਂ ਉੱਥੇ ਚਲੇ ਜਾਂਦੇ ਆਪ ਹੀ। ਤੇ ਫਿਰ ਸਟੇਜ ਸੈਕਟਰੀ ਦੀਆਂ ਮਿਹਨਤਾਂ ਕਰੀ ਜਾਂਦੇ ਵੀ ਯਾਰ ਸਾਡਾ ਵੀ ਨਾਟਕ ਕਰਵਾ ਲਿਓ। ਤੇ ਐਦਾਂ ਅਸੀਂ ਢੁੱਡੀਕੇ ਵਿਖੇ ਇੱਕ ਨਾਟਕ ਮੇਲਾ ਹੁੰਦਾ ਵਾ, ਉੱਥੇ ਅਸੀਂ ਚਲੇ ਗਏ। ਤੇ ਅਸੀਂ ਉੱਥੇ ਪ੍ਰਬੰਧਕਾਂ ਨੂੰ ਕਿਹਾ ਵੀ ਯਾਰ ਸਾਡਾ ਵੀ ਨਾਟਕ ਕਰਵਾ ਲਓ। ਉਹ ਕਹਿੰਦੇ ਦੇਖਦੇ ਹਾਂ, ਸਾਡੇ ਕੋਲ ਟਾਈਮ ਹੈ ਨਹੀਂ, ਬਹਿ ਜਾਓ ਇੱਥੇ। ਅਸੀਂ ਬੈਠੇ ਰਹੇ, ਐਂਡ ਤੱਕ ਬੈਠੇ ਰਹੇ। ਤੇ ਬਾਅਦ 'ਚ ਐਂਡ 'ਤੇ ਉਹਨੇ ਕਿਹਾ ਵੀ ਚਲੋ ਹੁਣ ਇਹ ਤੋਂ ਬਾਅਦ ਤੁਹਾਡੀ ਵਾਰੀ ਆ ਜਾਣੀ ਹੈ। ਤੇ ਸਾਨੂੰ ਇੱਦਾਂ ਲੱਗਿਆ ਵੀ ਜਿਵੇਂ ਔੜ ਲੱਗੀ ਧਰਤੀ ਦੇ ਉੱਤੇ, ਬਰਸਾਤ ਹੋ ਗਈ ਹੋਵੇ, ਵੀ ਸਾਡਾ ਵੀ ਨਾਟਕ ਹੋਣਾ, ਸਾਨੂੰ ਮੌਕਾ ਮਿਲ ਗਿਆ ਸਟੇਜ ਤੇ ਪਰਫਾਰਮ ਕਰਨ। ਸੋ ਅਸੀਂ ਉੱਥੇ ਪਰਫਾਰਮ ਕੀਤਾ। ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਅਸੀਂ ਇਹ ਵੀ ਲੱਭ ਲਿਆ ਕਿ ਥੀਏਟਰ ਦੇ ਸ਼ੋਅ ਜਾਰੀ ਰਹਿਣੇ ਚਾਹੀਦੇ ਹੈ, ਤਾਂ ਤੁਹਾਡੀ ਟੀਮ ਸਰਵਾਈਵ ਕਰੂਗੀ। ਸੋ ਅਸੀਂ ਆਸੇ-ਪਾਸੇ ਦੇ ਇਲਾਕਿਆਂ ਵਿੱਚ ਜਾ ਕੇ ਨੁੱਕੜ ਨਾਟਕ ਹੀ ਕਰ ਦਿੰਦੇ। ਕਦੇ ਜਗਰਾਓਂ ਜਾ ਕੇ ਨੁੱਕੜ ਨਾਟਕ ਕਰਤੇ 5 ਥਾਂ ਤੇ, ਕਦੇ ਲੁਧਿਆਣੇ ਜਾ ਕੇ ਕਰਤੇ, ਕਦੇ ਮੁੱਲਾਂਪੁਰੀ ਕਰਤੇ, ਕਦੇ ਸੁਧਾਰ ਕਰਤੇ। ਇਸ ਤਰ੍ਹਾਂ ਅਸੀਂ ਨੁੱਕੜ ਨਾਟਕ ਸ਼ੁਰੂ ਕੀਤਾ। ਉਹਨਾਂ ਦਿਨਾਂ ਵਿੱਚ ਆਤਮਜੀਤ ਤੇ ਸਤੀਸ਼ ਕੁਮਾਰ ਵਰਮਾ ਜੀ ਹੋਰਾਂ ਨੇ ਇੱਕ ਮੈਗਜ਼ੀਨ ਕੱਢਿਆ ਸੀਗਾ ਮੰਚਨ। ਮੰਚਨ ਦੇ ਵਿੱਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀਆਂ ਖਬਰਾਂ ਬਹੁਤ ਜ਼ਿਆਦਾ ਲੱਗਦੀਆਂ ਸੀਗੀਆਂ ਵੀ ਉਹਦੇ 'ਚ ਅੱਧਾ ਪੇਜ ਤਾਂ ਲੋਕ ਕਲਾ ਮੰਚ ਦੀਆਂ ਸਰਗਰਮੀਆਂ ਦਾ ਹੁੰਦਾ ਸੀ ਵੀ ਲੋਕ ਕਲਾ ਮੰਚ ਨੇ ਇੱਥੇ ਨਾਟਕ ਕੀਤੇ, ਇੱਥੇ ਨਾਟਕ ਕੀਤੇ। ਪਹਿਚਾਣ ਬਣ ਗਈ ਲੋਕ ਕਲਾ ਮੰਚ ਮੰਡੀ ਦੀ। ਸੋ ਉਹ એનર્ਜੀ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ। ਹਰਕੇਸ਼ ਜੀ, ਹੁਣ ਤੱਕ ਤੁਸੀਂ ਕਿੰਨੇ ਕੁ ਨਾਟਕਾਂ 'ਚ ਐਜ਼ ਐਨ ਐਕਟਰ ਕੰਮ ਕਰ ਚੁੱਕੇ ਹੋ? ਐਜ਼ ਐਨ ਐਕਟਰ ਮੈਂ 100-150 ਨਾਟਕ ਵਿੱਚ ਕੰਮ ਕਰ ਚੁੱਕਾ। ਕੋਈ ਐਸਾ ਕੈਰੈਕਟਰ ਜੋ ਤੁਹਾਨੂੰ ਹਜੇ ਤੱਕ ਯਾਦ ਹੋਵੇ ਵੀ ਇਹ ਮੇਰੇ ਨਾਟਕ ਦਾ ਬੈਸਟ ਕਿਰਦਾਰ ਸੀ ਜੋ ਮੈਂ ਨਿਭਾ ਚੁੱਕਾ ਹਾਂ? ਗੁਰਸ਼ਰਨ ਭਾਜੀ ਨਾਲ ਕੰਮ ਕਰਦਿਆਂ ਅਸੀਂ ਮੌਤ ਦਰ ਮੌਤ ਨਾਟਕ ਕੀਤਾ ਸੀ। ਜਦੋਂ ਪੰਜਾਬ ਦੇ ਹਾਲਾਤ ਖਰਾਬ ਸੀਗੇ, ਉਹਨਾਂ ਦਿਨਾਂ ਵਿੱਚ ਗੁਰਸ਼ਰਨ ਭਾਜੀ ਦਾ ਇੱਕ ਬਹੁਤ ਹੀ ਪੱਕਾ ਸਿਧਾਂਤ ਸੀਗਾ ਕਿ ਉਹ ਸਮਝਦੇ ਸੀਗੇ ਵੀ ਜਿਹੜੇ ਵੀ ਨਿਰਦੋਸ਼ਾਂ ਦੇ ਕਾਤਲ ਆ ਉਹ ਗਲਤ ਹੈ, ਚਾਹੇ ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਹੈ, ਚਾਹੇ ਉਹ ਮੁੰਡਿਆਂ ਵੱਲੋਂ ਕੀਤੇ ਜਾ ਰਹੇ ਹੈ। ਸੋ ਭਾਜੀ ਨੇ ਉਸ ਮੌਤ ਦਰ ਮੌਤ ਨਾਟਕ ਵਿੱਚ ਇੱਕ ਬਾਬਾ ਬੋਧਾ ਸਿੰਘ ਕਰੈਕਟਰ ਸੀਗਾ, ਜਿਹੜਾ ਮੁੰਡਾ ਲਹਿਰ ਨਾਲ ਜੁੜਿਆ ਹੋਇਆ ਸੀ, ਉਸ ਸਮੇਂ ਦੀ ਲਹਿਰ ਨਾਲ। ਤੇ ਉਹ ਕਰੈਕਟਰ ਮੈਨੂੰ ਜਾਣੀ ਬਹੁਤ ਯਾਦਗਾਰੀ ਲੱਗਦਾ ਸੀਗਾ। ਮੈਨੂੰ ਕਰਨ ਲੱਗਿਆ ਵੀ ਜਾਣੀ ਬਹੁਤ ਆਨੰਦ ਆਉਂਦਾ ਸੀਗਾ, ਬਹੁਤ ਚੰਗੀ ਤਰ੍ਹਾਂ ਮੈਂ ਉਹਨੂੰ ਪੇਸ਼ ਕਰਦਾ ਸੀਗਾ। ਤੇ ਇਹ ਗੱਲ ਮੈਨੂੰ ਤਾਂ ਅਹਿਸਾਸ ਸੀ, ਪਰ ਇਹ ਗੱਲ ਉਹ ਪਾਤਰ ਹੋਰ ਵੀ ਕਿਸੇ ਪਾਤਰ ਨੇ ਕੀਤਾ ਸੀਗਾ। ਤੇ ਭਾਜੀ ਨੇ ਮੇਰੇ ਸਾਹਮਣੇ ਨਹੀਂ ਕਿਸੇ ਹੋਰ ਐਕਟਰ ਨੂੰ ਕਿਹਾ ਵੀ ਜੋ ਹਰਕੇਸ਼ ਕਰਦਾ ਸੀ ਉਹ ਨਹੀਂ ਕਰ ਸਕਿਆ ਕੋਈ। ਤੇ ਇਹ ਗੱਲ ਮੇਰੇ ਲਈ ਮਾਣ ਵਾਲੀ ਗੱਲ ਸੀ, ਅਵਾਰਡ ਵਾਲੀ ਗੱਲ ਸੀ। ਤੇ ਲੋਕ ਕਲਾ ਮੰਚ ਵਿੱਚ ਕੰਮ ਕਰਦਿਆਂ ਜਿਹੜਾ ਪਾਤਰ ਮੈਨੂੰ ਬਹੁਤ ਵਧੀਆ ਲੱਗਦਾ ਸੀਗਾ, ਬਹੁਤ ਹੀ ਮੇਰੀ ਸੋਚ ਦੇ ਕਰੀਬ ਸੀਗਾ, ਉਹ ਸੀਗਾ ਛਿਪਣ ਤੋਂ ਪਹਿਲਾਂ ਨਾਟਕ ਹੈ ਦਵਿੰਦਰ ਦਮਨ ਜੀ ਦਾ। ਤੇ ਉਹ ਲੋਕ ਕਲਾ ਮੰਚ ਨੇ ਬਹੁਤ ਥਾਵਾਂ ਤੇ ਕੀਤਾ ਵਾ। ਤੇ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਨਾਟਕ ਉਹ ਅਸੀਂ ਵੀ ਕੀਤਾ ਹੋਣਾ ਵਾ ਲੋਕ ਕਲਾ ਮੰਚ ਮੁੱਲਾਂਪੁਰ ਨੇ। ਉਹਦੇ ਵਿੱਚ ਮੈਂ ਭਗਤ ਸਿੰਘ ਦਾ ਰੋਲ ਕਰਦਾ ਹੁੰਦਾ ਸੀਗਾ। ਤੇ ਉਹਦੇ ਉਸ ਰੋਲ ਬਾਰੇ ਵੀ ਪੰਜਾਬੀ ਦੇ ਉੱਘੇ ਲੋਕ ਗਾਇਕ ਨੇ ਜਗਸੀਰ ਸਿੰਘ ਜੀਦਾ, ਉਹਨਾਂ ਨੇ ਕਿਹਾ ਵੀ
ਇਹ ਕਿਉਂਕਿ ਛਿਪਣ ਤੋਂ ਪਹਿਲਾਂ ਨਾਟਕ ਪੰਜਾਬ ਦੀਆਂ ਲਗਭਗ ਸਾਰੀਆਂ ਟੀਮਾਂ ਨੇ ਕੀਤਾ ਹੋਣਾ ਵਾ। ਯੈਸ ਸਰ, ਬਿਲਕੁਲ। ਤੇ ਉਹ ਜਗਸੀਰ ਜੀਦਾ ਜੀ ਨੇ ਕਿਹਾ ਵੀ ਜਿਹੜਾ ਭਗਤ ਸਿੰਘ ਲੋਕ ਕਲਾ ਮੰਚ ਮੁੱਲਾਂਪਰੀਆਂ ਕੋਲੇ ਹੈ, ਉਹ ਭਗਤ ਸਿੰਘ ਹੋਰ ਕਿਸੇ ਕੋਲੇ ਨਹੀਂ ਹੈਗਾ। ਸੋ ਇਹ ਪਾਤਰ ਕਰਦਿਆਂ ਮੈਨੂੰ ਵੀ ਪੂਰਾ ਜੋਸ਼ ਆਉਂਦਾ ਸੀਗਾ, ਆਪਣੀ ਜਣੀ ਰੌਂਗਟੇ ਖੜੇ ਹੋਣ ਵਾਲਾ ਜੋਸ਼। ਇਦਾਂ ਲੱਗਦਾ ਹੁੰਦਾ ਸੀਗਾ ਵੀ ਭਗਤ ਸਿੰਘ ਦੀ ਰੂਹ, ਭਗਤ ਸਿੰਘ ਦੀ ਆਤਮਾ ਹੀ ਮੇਰੇ ਅੰਦਰ ਪ੍ਰਵੇਸ਼ ਕਰ ਗਈ ਹੈ। ਉਹਦਾ ਕਾਰਨ ਇੱਕ ਇਹ ਵੀ ਸੀਗਾ ਕਿ ਮੈਂ ਭਗਤ ਸਿੰਘ ਨੂੰ ਪੜ੍ਹਿਆ ਸੀਗਾ। ਮੈਂ ਭਗਤ ਸਿੰਘ ਜੋ ਸੋਚਦਾ ਸੀਗਾ, ਜੋ ਸਮਝਦਾ ਸੀਗਾ, ਜੋ ਸੁਸਾਇਟੀ ਬਾਰੇ ਭਗਤ ਸਿੰਘ ਦੇ ਸੁਪਨੇ ਸੀ, ਜਿਸ ਤਰ੍ਹਾਂ ਭਗਤ ਸਿੰਘ ਕਹਿੰਦੇ ਸੀ ਵੀ ਉੱਠੋ ਨੌਜਵਾਨੋ ਸਾਨੂੰ ਸੁੱਤਿਆਂ ਨੂੰ ਜੁਗ ਬੀਤ ਗਏ, ਜਾਂ ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ ਹੈਗੀ, ਜਾਂ ਭਗਤ ਸਿੰਘ ਕਹਿੰਦਾ ਸੀਗਾ ਵੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਹੋਣੀ ਚਾਹੀਦੀ ਹੈ, ਬਰਾਬਰਤਾ ਦਾ ਸਮਾਜ ਉਸਰਨਾ ਚਾਹੀਦਾ, ਜਾਤ ਪਾਤ ਰਹਿਤ ਸਮਾਜ ਉਸਰਨਾ ਚਾਹੀਦਾ। ਇਹ ਭਗਤ ਸਿੰਘ ਨੂੰ ਮੈਂ ਪੜ੍ਹਿਆ ਹੋਇਆ ਸੀਗਾ। ਪੜ੍ਹਨ ਕਰਕੇ ਉਹਦੇ ਵਿਚਾਰ ਆਪਣੇ ਅੰਦਰ ਧਾਰਨ ਕਰਕੇ ਉਹਦੇ ਵਿਚਾਰਾਂ ਤੇ ਚੱਲਦਿਆਂ ਹੋਇਆਂ ਉਹਦੇ ਕਰੈਕਟਰ ਨੂੰ ਕਰਨਾ ਹੋਰ ਵੀ ਫਖਰ ਵਾਲਾ ਲੱਗਦਾ ਸੀਗਾ। ਇਸ ਕਰਕੇ ਭਗਤ ਸਿੰਘ ਦਾ ਉਹ ਯਾਦਗਾਰੀ ਪਾਤਰ ਮੇਰੇ ਮਨ ਵਿੱਚ ਵਸਿਆ ਹੋਇਆ ਹੈ। ਇਸ ਨਾਟਕ ਦੀਆਂ ਕਿੰਨੀਆਂ ਕੁ ਪੇਸ਼ਕਾਰੀਆਂ ਤੁਸੀਂ ਕੀਤੀਆਂ ਹੋਣਗੀਆਂ ਜੀ? ਇਸ ਨਾਟਕ ਦੀਆਂ ਅਸੀਂ ਕੋਈ 250 ਦੇ ਕਰੀਬ ਪੇਸ਼ਕਾਰੀਆਂ ਕਰ ਦਿੱਤੀਆਂ ਹੋਣਗੀਆਂ। ਤਕਰੀਬਨ ਪੂਰੇ ਪੰਜਾਬ ਵਿੱਚ ਪੇਸ਼ਕਾਰੀ ਪੂਰੇ ਪੰਜਾਬ ਵਿੱਚ ਹੀ ਨਹੀਂ, ਹਰਿਆਣੇ ਵਿੱਚ, ਦਿੱਲੀ ਵਿੱਚ, ਹਿਮਾਚਲ ਵਿੱਚ, ਰਾਜਸਥਾਨ ਵਿੱਚ, ਇਸ ਤੋਂ ਇਲਾਵਾ ਕੈਨੇਡਾ ਵਿੱਚ, ਕੈਨੇਡਾ ਦੇ ਕਈ ਸ਼ਹਿਰਾਂ ਵਿੱਚ, ਵਿਨੀਪੈਗ ਵਿੱਚ, ਟੋਰਾਂਟੋ ਵਿੱਚ, ਐਪਸਫੋਰਡ, ਵੈਨਕੂਵਰ, ਇਹਨਾਂ ਥਾਵਾਂ ਤੇ ਕੀਤੀਆਂ ਇਹਦੀਆਂ ਪੇਸ਼ਕਾਰੀਆਂ। ਐਜ ਏ ਭਗਤ ਸਿੰਘ ਉਹਨਾਂ 'ਚ ਰੋਲ ਕੀਤਾ ਮੈਂ। ਤਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਮੈਨੂੰ ਵੀ ਹੁਣ ਤੁਹਾਡੇ ਵਿੱਚ ਭਗਤ ਸਿੰਘ ਦਿਖਾਈ ਦੇ ਰਿਹਾ। ਨਹੀਂ, ਭਗਤ ਸਿੰਘ ਤਾਂ ਬਹੁਤ ਵੱਡੀ ਸ਼ਖਸੀਅਤ ਨੇ। ਉਹ ਹਿੰਦੁਸਤਾਨ ਦੀ ਬਹੁਤ ਵੱਡੀ ਸ਼ਖਸੀਅਤ ਨੇ। ਬਹੁਤ ਵਿਜ਼ਨ, ਵੱਡਾ ਵਿਜ਼ਨ ਸੀਗਾ ਭਗਤ ਸਿੰਘ ਹੋਰਾਂ ਦਾ। ਸੋ ਭਗਤ ਸਿੰਘ ਬਣਨਾ ਤਾਂ ਬਹੁਤ ਮੁਸ਼ਕਿਲ ਆ, ਪਰ ਉਹਦੇ ਰਾਹਾਂ ਤੇ ਚੱਲਿਆ ਜਾ ਸਕਦਾ ਵਾ, ਉਹਨੂੰ ਸਮਝਿਆ ਜਾ ਸਕਦਾ ਵਾ। ਜੇ ਉਹਨੂੰ ਸਮਝਾਂਗੇ ਤਾਂ ਸੁਸਾਇਟੀ ਬਦਲੂਗੀ। ਜੋ ਰੰਗਮੰਚ ਦਾ, ਲੋਕ ਕਲਾ ਮੰਚ ਦਾ ਜੋ ਮੰਤਵ ਹੁੰਦਾ ਵਾ ਨਾ ਰੰਗਮੰਚ ਦਾ, ਰੰਗਮੰਚ ਹਮੇਸ਼ਾ ਸੁਸਾਇਟੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਹਨਾਂ ਨੂੰ ਦਿਖਾਉਂਦਾ ਵਾ ਤੇ ਉਹਨਾਂ ਦਾ ਹੱਲ ਵੀ ਸੁਝਾਉਂਦਾ ਵਾ। ਸੋ ਭਗਤ ਸਿੰਘ ਨੂੰ ਪੜ੍ਹੇ ਬਿਨਾ ਰੰਗਮੰਚ ਵੀ ਅੱਗੇ ਵਧ ਨਹੀਂ ਸਕਦਾ ਹੈਗਾ। ਸੋ ਰੰਗਮੰਚ ਨੂੰ ਜੇ ਅੱਗੇ ਵਧਾਉਣਾ ਵਾ ਤਾਂ ਰੰਗ ਕਰਮੀਆਂ ਨੂੰ ਸਾਹਿਤ ਨਾਲ, ਲਿਟਰੇਚਰ ਨਾਲ ਜ਼ਰੂਰ ਜੁੜੇ ਹੋਣ। ਇਹ ਤੋਂ ਬਿਨਾ ਰੰਗਮੰਚ ਵੀ ਐਡਵਾਂਸ ਨਹੀਂ ਹੋ ਸਕਦਾ। ਹਰਕੇਸ਼ ਜੀ, ਤੁਸੀਂ ਇਹ ਦੱਸੋਗੇ ਐਜ਼ ਅ ਡਾਇਰੈਕਟਰ, ਨਿਰਦੇਸ਼ਕ, ਤੁਸੀਂ ਕਿੰਨੇ ਕੁ ਪਲੇ ਡਾਇਰੈਕਟ ਕਰ ਚੁੱਕੇ ਹੋ? ਲੋਕ ਕਲਾ ਮੰਚ ਵਿੱਚ ਹੀ ਅਸੀਂ ਪਲੇ ਕਰਦੇ ਹਾਂ ਤੇ ਲੋਕ ਕਲਾ ਮੰਚ ਦੇ ਸਾਰੇ ਪਲੇ ਲਗਭਗ ਮੈਂ ਡਾਇਰੈਕਟ ਕਰਦਾ ਵਾਂ। ਸੋ ਇਹ ਸਫ਼ਰ ਹੁਣ ਲਗਭਗ 33 ਸਾਲਾਂ ਦਾ ਹੋ ਗਿਆ। ਸੋ ਇਸ ਲਿਹਾਜ਼ ਨਾਲ ਕੋਈ 500 ਦੇ ਕਰੀਬ ਪਲੇ ਆ ਜਿਹੜੇ ਡਾਇਰੈਕਟ ਕਰ ਦਿੱਤੇ ਹੋਣਗੇ। ਇਸ ਤੋਂ ਇਲਾਵਾ ਇਸ ਗਰੁੱਪ ਦੇ ਨਾਲ ਤੁਸੀਂ ਡਾਇਰੈਕਸ਼ਨ ਵਜੋਂ ਕੰਮ ਕਰ ਰਹੇ ਹੋ, ਪਰ ਯੂਥ ਫੈਸਟੀਵਲ ਵਿੱਚ ਵੀ ਤੁਸੀਂ ਬਹੁਤ ਪਲੇ ਡਾਇਰੈਕਸ਼ਨ ਕੀਤੀ ਹੋਈ ਹੈ, ਡਾਇਰੈਕਟ ਕੀਤੇ ਹੋਏ ਨੇ। ਉਹਨਾਂ ਬਾਰੇ ਦੱਸੋਗੇ ਤੁਸੀਂ ਕਿੰਨੇ ਕੁ ਪਲੇ ਉੱਥੇ ਯੂਥ ਫੈਸਟੀਵਲ 'ਚ ਡਾਇਰੈਕਟ ਕਰ ਚੁੱਕੇ ਹੋ? ਯੂਥ ਫੈਸਟੀਵਲਾਂ ਵਿੱਚ ਕੋਈ 30 ਕੁ ਪਲੇ ਡਾਇਰੈਕਟ ਕੀਤੇ ਹੋਣਗੇ। ਤੇ ਯੂਥ ਫੈਸਟੀਵਲ ਵਿੱਚ ਕੋਈ ਐਸਾ ਵੇਲਾ ਸੀਗਾ ਵੀ ਕਈ ਕਾਲਜਾਂ ਵਿੱਚ ਐਜ ਏ ਡਾਇਰੈਕਟਰ ਕੰਮ ਕੀਤਾ, ਕਈ ਕਾਲਜਾਂ ਵਿੱਚ ਕੰਮ ਕਰਦੇ ਰਹੇ ਆ। ਇਸ ਇਲਾਕੇ ਦੇ ਸਾਰੇ ਕਾਲਜਾਂ ਵਿੱਚ ਲਗਭਗ ਕਿਸੇ ਨਾ ਕਿਸੇ ਕਾਲਜ ਵਿੱਚ ਕਿਸੇ ਨਾ ਕਿਸੇ ਵੇਲੇ ਪਲੇ ਡਾਇਰੈਕਟ ਕੀਤੇ ਆ। ਹਰਕੇਸ਼ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਛਿਪਣ ਤੋਂ ਪਹਿਲਾਂ ਨਾਟਕ ਦਾ ਕਿਰਦਾਰ ਭਗਤ ਸਿੰਘ ਤੁਸੀਂ ਬਹੁਤ ਵਾਰ ਖੇਡਿਆ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਉਸ ਕਿਰਦਾਰ ਦਾ ਇੱਕ ਰੰਗ ਜ਼ਰੂਰ ਦਿਖਾਓ। ਗੁਰਮੀਤ ਜੀ, ਸ਼ਹੀਦ ਆਜ਼ਮ ਭਗਤ ਸਿੰਘ ਦਾ ਕਿਰਦਾਰ ਕਰਦੇ ਹਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਬਹੁਤ ਜ਼ਿਆਦਾ ਐਨਰਜੀ ਆਪਣੇ ਅੰਦਰ ਆ ਜਾਂਦੀ ਹੈ। ਸੋ ਭਗਤ ਸਿੰਘ ਹੋਰਾਂ ਦੇ ਕਿਰਦਾਰ ਦਾ ਇੱਕ ਸੰਵਾਦ ਤੁਹਾਡੇ ਨਾਲ ਸਾਂਝਾ ਕਰਦਾ। ਸ਼ਹੀਦ ਆਜ਼ਮ ਭਗਤ ਸਿੰਘ ਆਪਣੇ ਸਾਥੀ ਬੋਗੇ ਨੂੰ ਕਹਿੰਦੇ ਆ, ਜਿਹੜਾ ਉਹਨਾਂ ਦਾ ਭੰਗੀ ਹੈ, ਉਹ ਕੋਠੜੀ ਵਿੱਚੋਂ ਉਹਨਾਂ ਦਾ ਗੰਦ ਚੱਕ ਕੇ ਲੈ ਕੇ ਜਾਂਦਾ ਵਾ, ਸਫਾਈ ਕਰਦੇ ਕੋਠੜੀ। ਹਾਂ, ਤੇ ਭਗਤ ਸਿੰਘ ਇਸ ਨਾਟਕ ਵਿੱਚ ਉਹਨੂੰ ਬੇਬੇ ਆ ਕੇ ਸੰਬੋਧਨ ਕਰਦਾ ਵਾ ਤੇ ਉਹਨੂੰ ਦੱਸਦੇ ਹੋਏ ਕਹਿੰਦੇ ਆ ਕਿ ਸਾਡੇ ਵਿਰੁੱਧ ਸਭ ਤੋਂ ਵੱਡਾ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਅਸੀਂ ਸਮਰਾਟ ਜਾਰਜ 5ਵੇਂ ਵਿਰੁੱਧ ਬਗਾਵਤ ਕੀਤੀ ਹੈ। ਇਸ ਹਾਲਤ ਵਿੱਚ ਅਸੀਂ ਜੰਗੀ ਕੈਦੀ ਹੋਏ ਤੇ ਸਾਡੇ ਨਾਲ ਜੰਗੀ ਕੈਦੀਆਂ ਵਾਲਾ ਸਲੂਕ ਕੀਤਾ ਜਾਏ। ਸਾਨੂੰ ਫਾਂਸੀ ਦੇਣ ਦੀ ਬਜਾਏ ਗੋਲੀ ਨਾਲ ਉਡਾ ਦਿੱਤਾ ਜਾਏ। ਹਰਕੇਸ਼ ਜੀ, ਤੁਹਾਡੇ ਇਸ ਨਾਟਕ ਦਾ ਡਾਇਲੌਗ ਸੁਣ ਕੇ ਮਨ ਵਿੱਚ ਜਿਗਿਆਸਾ ਜਗ ਪਈ ਕਿ ਤੁਹਾਡੇ ਇਸ ਨਾਟਕ ਨੂੰ ਪੂਰਾ ਦੇਖਿਆ ਜਾਵੇ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਡਾਇਲੌਗ ਨੂੰ ਸੁਣਾਉਣ ਲਈ।
ਜ਼ਰੂਰ ਗੁਰਮੀਤ ਜੀ, ਕਿਸੇ ਦਿਨ ਆਓ, ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਆਓ। ਲਾਸਟ ਸ਼ਨੀਵਾਰ ਅਸੀਂ ਤੁਹਾਨੂੰ ਦਿਖਾ ਦਿਆਂਗੇ ਇਹ ਨਾਟਕ। ਤੇ ਜ਼ਰੂਰ ਜੀ, ਅਸੀਂ ਕਿਸੇ ਦਿਨ ਪੂਰੀ ਟੀਮ ਦੇ ਨਾਲ ਤੁਹਾਡਾ ਇਹ ਨਾਟਕ ਦੇਖਣ ਜ਼ਰੂਰ ਆਵਾਂਗੇ। ਹਾਂਜੀ ਹਾਂਜੀ, ਵੈਲਕਮ। ਹਰਕੇਸ਼ ਜੀ, ਜਿਸ ਤਰ੍ਹਾਂ ਤੁਸੀਂ ਇਸ ਕਿਰਦਾਰ ਬਾਰੇ ਦੱਸਿਆ ਵੀ ਇਹ ਤੁਹਾਡੇ ਮਨਪਸੰਦ ਮਨਪਾਉਂਦਾ ਕਿਰਦਾਰ ਹੈ, ਕਿ ਸਾਡੇ ਦਰਸ਼ਕਾਂ ਨੂੰ ਦੱਸੋਗੇ ਤੁਹਾਡਾ ਮਨਪਸੰਦ ਪਲੇ ਕਿਹੜਾ ਸੀ ਜਿਹਦੇ 'ਚ ਤੁਸੀਂ ਡਾਇਰੈਕਸ਼ਨ ਕੀਤੀ ਤੇ ਤੁਹਾਨੂੰ ਬਹੁਤ ਹੀ ਅੱਛਾ ਲੱਗਿਆ? ਗੁਰਮੀਤ ਜੀ, ਇਹ ਸਵਾਲ ਬੜਾ ਔਖਾ ਸਵਾਲ ਪੁੱਛਿਆ ਤੁਸੀਂ। ਇਹ ਜਾਣੀ ਉਸ ਤਰ੍ਹਾਂ ਦਾ ਹੀ ਸਵਾਲ ਹੈ ਜਿੱਦਾਂ ਕਿਸੇ ਮਾਂ ਨੂੰ ਪੁੱਛਿਆ ਜਾਵੇ ਵੀ ਉਹਦੇ 2-3 ਬੱਚੇ ਹੋਣ ਤੇ ਉਹਨੂੰ ਪੁੱਛਿਆ ਜਾਵੇ ਵੀ ਤੇਰਾ ਕਿਹੜਾ ਬੱਚਾ ਤੈਨੂੰ ਸਭ ਤੋਂ ਵੱਧ ਪਿਆਰਾ ਵਾ, ਤਾਂ ਉਹਦੇ ਲਈ ਆਨਸਰ ਦੇਣਾ ਬਹੁਤ ਮੁਸ਼ਕਲ ਹੋ ਜੂ, ਕਿਉਂਕਿ ਉਹਨੂੰ ਸਾਰੇ ਬੱਚੇ ਸਭ ਤੋਂ ਵੱਧ ਪਿਆਰੇ ਹੀ ਹੁੰਦੇ ਆ। ਖੈਰ, ਮੈਨੂੰ ਜਿਹੜੇ ਨਾਟਕਾਂ ਵਿੱਚ ਬੇਹੱਦ ਤਸੱਲੀ ਵਾਲੀ ਗੱਲ ਜਿਹਨੂੰ ਆਪਾਂ ਕਹੀਏ ਵੀ ਮੈਨੂੰ ਆਹ ਨਾਟਕ ਕਰਕੇ ਬਹੁਤ ਤਸੱਲੀ ਹੋਈ ਹੈ, ਉਹਦੇ ਵਿੱਚ ਮੈਂ 5-4 ਨਾਟਕਾਂ ਦੇ ਨਾਮ ਤੁਹਾਨੂੰ ਦੱਸ ਦਿੰਦਾ ਵਾਂ ਵੀ ਜਿਨ੍ਹਾਂ ਨੂੰ ਖੇਡ ਕੇ, ਜਿਨ੍ਹਾਂ ਨੂੰ ਖਿਡਾ ਕੇ ਮੈਨੂੰ ਬੜੀ ਤਸੱਲੀ ਤੇ ਮਾਣ ਮਹਿਸੂਸ ਹੋਇਆ। ਉਹਦੇ ਵਿੱਚ ਅਸਗਰ ਬਜਾਹਤ ਜੀ ਦਾ ਇੱਕ ਨਾਟਕ ਹੈ, ਜਿਸ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਉਹ ਨਾਟਕ ਸਾਡੀ ਲੋਕ ਕਲਾ ਮੰਚ ਟੀਮ ਨੇ ਖੇਡਿਆ ਸੀਗਾ ਤੇ ਉਹ ਨਾਟਕ ਮੈਨੂੰ, ਮੇਰੇ ਮਨ ਨੂੰ, ਦਿਲ ਨੂੰ ਸਕੂਨ ਦੇਣ ਵਾਲਾ ਨਾਟਕ ਹੈ। ਵੀ ਉਸ ਨਾਟਕ ਵਿੱਚ ਵੰਡ ਨਾਲ, ਦੇਸ਼ ਦੀ ਵੰਡ ਨਾਲ ਜਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ, ਜਿਸ ਤਰ੍ਹਾਂ ਖੂਨ ਦੀਆਂ ਨਦੀਆਂ ਵਹੀਆਂ, ਤੇ ਉਹ ਨਾਟਕ ਇੱਕ ਮਲਮ ਦਾ ਕੰਮ ਕਰਦਾ ਵਾ, ਉਹ ਜ਼ਖਮਾਂ ਨੂੰ ਸਹਿਲਾਉਣ ਦਾ ਕੰਮ ਕਰਦਾ ਵਾ। ਸੋ ਉਹ ਨਾਟਕ ਬਹੁਤ ਮਹੱਤਵਪੂਰਨ ਨਾਟਕ ਹੈ। ਇਸ ਤੋਂ ਬਿਨਾਂ ਮੇਰਾ ਆਪਦਾ ਹੀ ਲਿਖਿਆ ਹੋਇਆ ਨਾਟਕ ਮੈਂ ਡਾਇਰੈਕਟ ਕੀਤਾ ਸੀਗਾ, ਗਾਥਾ ਕਾਲੇ ਪਾਣੀਆਂ ਦੀ। ਇਹਨੂੰ ਅਸੀਂ ਕੈਨੇਡਾ ਵਿੱਚ ਵੀ ਖੇਡਿਆ, ਇੱਥੇ ਵੀ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 1 ਨਵੰਬਰ ਦਾ ਜਿਹੜਾ ਮੇਲਾ ਲੱਗਦਾ ਵਾ, ਉਸ ਮੇਲੇ ਵਿੱਚ 2002 'ਚ ਪਹਿਲੀ ਵਾਰੀ ਖੇਡਿਆ ਸੀਗਾ ਤੇ ਇਹਦੀ ਕਿਤਾਬ ਵੀ ਛਪ ਕੇ ਆ ਚੁੱਕੀ ਆ। ਤੇ ਉਹ ਨਾਟਕ ਖੇਡ ਕੇ ਵੀ ਬੜਾ ਸਕੂਨ ਮਿਲਦਾ ਵਾ। ਉਹਦਾ ਕਾਰਨ ਇਹ ਹੈ ਕਿ ਉਹਦੇ ਤੋਂ ਪਤਾ ਲੱਗਦਾ ਵਾ ਵੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕਿੰਨੇ ਗਦਰੀ ਬਾਬਿਆਂ ਨੇ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟੀਆਂ। 6-6 ਫੁੱਟ ਦੇ ਕੱਦ ਵਾਲੇ ਲੋਕਾਂ ਨੂੰ 2x2 ਦੇ ਪਿੰਜਰੇ ਵਿੱਚ ਤਾੜਿਆ ਹੋਇਆ ਸੀ ਉੱਥੋਂ ਦੇ ਜੇਲਰ ਨੇ। ਉੱਥੋਂ ਦੇ ਜੇਲਰ ਬਾਰੇ ਇਹ ਕਿਹਾ ਜਾਂਦਾ ਸੀਗਾ, ਉਹ ਆਪ ਕਹਿੰਦਾ ਹੁੰਦਾ ਸੀ, ਮਿਸਟਰ ਮਰੇ ਉਹਦਾ ਨਾਂ ਸੀਗਾ, ਤੇ ਉਹ ਜੇਲ੍ਹ ਵਿੱਚ ਕੈਦੀਆਂ ਨੂੰ ਇਹ ਕਹਿੰਦਾ ਹੁੰਦਾ ਸੀਗਾ ਵੀ ਦੁਨੀਆ ਵਿੱਚ ਇੱਕ ਰੱਬ ਹੈ, ਪਰ ਇਸ ਜੇਲ੍ਹ ਵਿੱਚ 2 ਰੱਬ ਨੇ, ਇੱਕ ਉੱਪਰ ਵਾਲਾ ਰੱਬ ਹੈ ਤੇ ਇੱਕ ਜੇਲ੍ਹ ਦਾ ਰੱਬ ਮੈਂ ਆ। ਤੇ ਕਹਿੰਦਾ ਉੱਪਰ ਵਾਲਾ ਰੱਬ ਤਾਂ ਤੁਹਾਨੂੰ ਉਦੋਂ ਸਜ਼ਾ ਦਊਗਾ ਜਦੋਂ ਤੁਸੀਂ ਮਰ ਕੇ ਉੱਥੇ ਜਾਓਗੇ, ਇੱਥੇ ਵਾਲਾ ਰੱਬ ਤਾਂ ਉਦੋਂ ਦੀ ਉਦੋਂ ਹੀ ਸਜ਼ਾ ਦਊਗਾ ਤੁਹਾਨੂੰ। ਸੋ ਉਹਨੇ ਆਪਣੇ ਜ਼ੁਲਮ ਦੇ ਬੜੇ ਹੀ ਘਿਨਾਉਣੇ ਢੰਗ ਤਰੀਕੇ ਅਪਣਾਏ ਹੋਏ ਸੀਗੇ। ਕੈਦੀਆਂ ਨੂੰ ਉਹ ਨਾਰੀਅਲ ਦੇ ਰੇਸ਼ੇ ਤੋਂ ਰੱਸੇ ਬਣਾਉਣ ਦੀ ਸਜ਼ਾ ਦਿੰਦਾ ਸੀਗਾ, ਜਿਹਦੇ ਨਾਲ ਹੱਥ ਵੱਢੇ ਜਾਂਦੇ ਸੀ ਕੈਦੀਆਂ ਦੇ, ਤੇ ਕੋਲੂ ਪੀੜਨ ਦੀ ਸਜ਼ਾ ਦਿੰਦਾ ਸੀਗਾ, ਕੋਲੂ ਗੇੜਨਾ ਪੈਂਦਾ ਸੀਗਾ, 30 ਪਾਉਂਡ ਤੇਲ ਰੋਜ਼ ਦਾ ਕਢਵਾਉਂਦਾ ਸੀਗਾ। ਤੇ ਉਹ ਜਿਹੜੀਆਂ ਦਰਦਨਾਕ ਸਟੋਰੀਆਂ ਉਸ ਨਾਟਕ ਵਿੱਚ ਅਸੀਂ ਬਿਆਨ ਕੀਤੀਆਂ, ਉਸ ਨਾਟਕ ਨੂੰ ਵੀ ਖੇਡ ਕੇ ਬਹੁਤ ਜ਼ਿਆਦਾ ਤਸੱਲੀ ਮਹਿਸੂਸ ਹੁੰਦੀ ਹੈ ਕਿ ਸਾਡੇ ਗਦਰੀ ਬਾਬਿਆਂ ਨੇ ਕਿੱਡੀਆਂ ਘਾਲਣਾਵਾਂ ਘਾਲੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ। ਤੇ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਉਹ ਉੱਥੇ ਵੀ ਜਾਣੀ ਧਰਮ ਨਿਰਪੱਖਤਾ ਦੀ ਗੱਲ ਕਰਦੇ ਰਹੇ ਹੈ, ਜੇਲ੍ਹ ਵਿੱਚ ਜਾ ਕੇ ਵੀ। ਤੇ ਉੱਥੇ ਮਤਲਬ ਪਰਮਾਨੰਦ ਝਾਂਸੀ ਦਾ ਜਨੇਊ ਲਹਾਣ ਦੀ ਗੱਲ ਕਰਦਾ ਤਾਂ ਸਾਰੇ ਗਦਰੀ ਬਾਬੇ ਆ ਜਿਹੜੇ, ਉਹ ਕਹਿ ਦਿੰਦੇ ਆ ਵੀ ਅਸੀਂ ਭੁੱਖ ਹੜਤਾਲ ਕਰਾਂਗੇ, ਵੀ ਉਹਦੇ ਧਰਮ ਦੀ ਖਾਤਰ ਵੀ ਲੜਦੇ ਆ, ਦੂਸਰੇ ਦੇ ਧਰਮ ਦੀ ਖਾਤਰ ਵੀ ਲੜਦੇ ਆ। ਅੱਜ ਦੇ ਹਾਲਾਤਾਂ ਵਿੱਚ ਇਹ ਬਣਿਆ ਹੋਇਆ ਵੀ ਧਰਮਾਂ ਦੇ ਨਾਂ ਤੇ ਜਿਹੜੀਆਂ ਪੋਲੀਟਿਕਸਾਂ ਵਾ, ਰਾਜਨੀਤੀਆਂ ਵਾ, ਉਹ ਮਨੁੱਖ ਦਾ ਖੂਨ ਬਹਾਉਂਦੀਆਂ ਨੇ। ਤੇ ਗਦਰੀ ਬਾਬਿਆਂ ਨੇ ਧਰਮ ਦੀ ਇੱਕ ਨਵੀਂ ਡੈਫੀਨੇਸ਼ਨ ਦਿੱਤੀ ਸੀ ਵੀ ਦੂਸਰਿਆਂ ਲਈ ਸੈਕਰੀਫਾਈ ਕਿੱਦਾਂ ਕਰੀ ਜਾਂਦਾ, ਦੂਸਰਿਆਂ ਲਈ ਕਿਸ ਤਰ੍ਹਾਂ ਜੀਆ ਜਾ ਸਕਦਾ। ਇਹ ਗੱਲ। ਤੇ ਹੁਣ ਰੀਸੈਂਟਲੀ ਪਲੇ ਮੈਂ ਲਿਖਿਆ ਤੇ ਖੇਡਿਆ, ਉਹ ਹੈਗਾ ਉੱਠਣ ਦਾ ਵੇਲਾ। ਉਹ ਉੱਠਣ ਦਾ ਵੇਲਾ ਹੈਗਾ ਜਿਹੜੇ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ, ਆਪਣੇ ਹੱਕ ਮੰਗ ਰਹੇ ਆ, ਜਿਹੜੇ ਮਜ਼ਦੂਰ ਆਪਣੇ ਹੱਕ ਮੰਗ ਰਹੇ ਆ, ਉਹਨਾਂ ਦੀ ਕਹਾਣੀ ਹੈ ਉੱਠਣ ਦਾ ਵੇਲਾ ਨਾਟਕ। ਇਹ ਨਾਟਕ ਅਸੀਂ 100 ਵਾਰੀ ਖੇਡ ਦਿੱਤਾ ਤੇ ਦਿੱਲੀ ਦੇ ਬਾਰਡਰਾਂ ਤੇ ਹੀ ਕੋਈ ਇਸ ਨਾਟਕ ਨੂੰ 20 ਵਾਰੀ ਅਸੀਂ ਖੇਡ ਦਿੱਤਾ। 4 ਬਾਰਡਰਾਂ ਤੇ ਹੀ ਖੇਡਿਆ, ਸਿੰਘੂ ਬਾਰਡਰ, ਕੁੰਡਲੀ ਬਾਰਡਰ, ਟਿੱਕਰੀ ਬਾਰਡਰ, ਗਾਜੀਪੁਰ ਬਾਰਡਰ, ਸਾਰਿਆਂ ਬਾਰਡਰਾਂ ਤੇ ਖੇਡਿਆ, ਬਾਰ-ਬਾਰ ਜਾ ਕੇ ਖੇਡਿਆ। ਸੋ ਤੇ ਇਹ
ਮਹਾਸ਼ਕਤੀ ਕਲਾ ਮੰਦਿਰ ਜਿਹੜਾ ਬਰਨਾਲੇ ਮੁਕਾਬਲਾ ਹੁੰਦਾ ਉੱਥੇ ਵੀ 5 ਅਵਾਰਡ ਇਸ ਨਾਟਕ ਨੇ ਜਿੱਤੇ ਹੈ। ਸੋ ਇਹ ਨਾਟਕ ਖੇਡ ਕੇ ਵੀ ਬੜਾ ਸਕੂਨ ਮਿਲਦਾ ਵਾ, ਅੱਛਾ ਲੱਗਦਾ ਵਾ। ਇਸ ਤੋਂ ਬਿਨਾਂ ਛਿਪਣ ਤੋਂ ਪਹਿਲਾਂ ਦੀ ਗੱਲ ਮੈਂ ਪਹਿਲਾਂ ਹੀ ਕਰ ਚੁੱਕਾ ਵਾਂ ਦਵਿੰਦਰ ਦਮਨ ਜੀ ਦਾ। ਮੈਂ ਕਹਿੰਦਾ ਵਾਂ ਭਗਤ ਸਿੰਘ ਬਾਰੇ ਜੇ ਅੱਜ ਦੇ ਹਾਲਾਤਾਂ ਵਿੱਚ ਸਭ ਤੋਂ ਉਹਦੀ ਸੋਚ ਦੇ ਨੇੜੇ ਤੇ ਸਭ ਤੋਂ ਸਟੀਕ ਨਾਟਕ ਹੈ ਉਹ ਛਿਪਣ ਤੋਂ ਪਹਿਲਾਂ ਵਾ। ਇਸ ਤੋਂ ਉੱਪਰ ਕੋਈ ਨਾਟਕ ਨਹੀਂ ਹੈ ਮੇਰੇ ਨਿਗਾਹ ਵਿੱਚ ਜਿਹੜਾ ਭਗਤ ਸਿੰਘ ਦੀ ਸਹੀ ਸੋਚ ਨੂੰ ਪੇਸ਼ ਕਰਦਾ ਹੋਵੇ। ਸੋ ਉਹ ਨਾਟਕ ਖੇਡ ਕੇ ਵੀ ਬੜਾ ਆਨੰਦ ਆਉਂਦਾ ਵਾ, ਬੜਾ ਚੰਗਾ ਲੱਗਦਾ ਵਾ। ਤੇ ਇਦੋਂ ਬਿਨਾਂ ਸੀਸ ਤਲੀ ਤੇ ਭਾਜੀ ਦਾ, ਧਮਕ ਨਗਾਰੇ ਦੀ ਗੁਰਸ਼ਰਨ ਭਾਜੀ ਦਾ ਨਾਟਕ ਖੇਡਿਆ, ਦੁੱਲਾ ਭੱਟੀ ਦਾ ਰੋਲ ਮੈਂ ਕਰਦਾ ਰਿਹਾ। ਸੋ ਉਹ ਨਾਟਕ ਖੇਡ ਕੇ ਵੀ ਜਾਣੀ ਇਸ ਤਰ੍ਹਾਂ ਦੇ ਨਾਟਕ ਕਾਫੀ ਹੈ। ਇਹ ਤੋਂ ਬਿਨਾਂ ਸਵਦੇਸ਼ ਦੀਪਕ ਜੀ ਦਾ ਇੱਕ ਨਾਟਕ ਹੈ ਸਬਸੇ ਉਦਾਸ ਕਵਿਤਾ, ਉਹ ਨਾਟਕ ਵੀ ਅਸੀਂ ਖੇਡਿਆ ਤੇ ਉਹ ਵੀ ਨਾਟਕ ਬਹੁਤ ਕਮਾਲ ਦਾ ਨਾਟਕ ਸੀ। ਹਰਕੇਸ਼ ਜੀ, ਹੁਣ ਤੱਕ ਤੁਸੀਂ ਐਜ਼ ਅ ਰਾਈਟਰ ਕਿੰਨੇ ਕੁ ਨਾਟਕ ਲਿਖ ਚੁੱਕੇ ਹੋ ਜੀ? ਕਰੀਬ 15 ਨਾਟਕ ਲਿਖ ਚੁੱਕਾ ਮੈਂ ਤੇ 2 ਕਿਤਾਬਾਂ ਛਪ ਚੁੱਕੀਆਂ ਮੈਂ। ਓਕੇ, ਉਹ ਨਾਟਕਾਂ ਦੇ ਨਾਮ ਦੱਸਣਾ ਚਾਹੋਗੇ ਤੁਸੀਂ? ਹਾਂ, ਨਾਟਕਾਂ ਦੇ ਨਾਮ ਉਹਨਾਂ ਵਿੱਚੋਂ ਗਾਥਾ ਕਾਲੇ ਪਾਣੀ ਦੀ, ਪੌਣ ਪੈੜਾਂ ਜੋ ਪੈਰ, ਖੇਤਾਂ ਦਾ ਪੁੱਤ ਤੇ ਆਹ ਉੱਠਣ ਦਾ ਵੇਲਾ, ਮੁਸਾਫਰ ਅਜੇ ਥੱਕੇ ਨਹੀਂ, ਜੰਗ ਜਾਰੀ ਹੈ। ਤਾਂ ਇਸ ਨਾਟਕਾਂ ਦੇ ਵਿਸ਼ੇ ਅਲੱਗ-ਅਲੱਗ ਲਿੱਤੇ ਜਾਏਗੇ? ਸਾਰਿਆਂ ਦੇ ਅਲੱਗ-ਅਲੱਗ ਵਿਸ਼ੇ ਹੈ, ਸਾਰਿਆਂ ਦੇ ਅਲੱਗ-ਅਲੱਗ ਵਿਸ਼ੇ ਹੈ। ਜਿਵੇਂ ਕਿਸਾਨੀ ਸੰਕਟ ਤੇ ਕਿਸਾਨੀ ਤੇ ਹੈਗਾ ਨਾਟਕ, 3 ਨਾਟਕ ਲਿਖੇ ਹੋਏ ਆ, ਖੇਤਾਂ ਦਾ ਪੁੱਤ, ਉੱਠਣ ਦਾ ਵੇਲਾ ਤੇ ਪੌਣ ਪੈੜਾਂ ਜੋ ਪੈਰ। ਮਜ਼ਦੂਰਾਂ ਤੇ ਹੈਗਾ ਖੇਤ ਮਜ਼ਦੂਰਾਂ ਤੇ ਮਿਸਾਲਚੀ, ਤੇ ਇਸੇ ਤਰ੍ਹਾਂ ਸਨਅਤੀ ਮਜ਼ਦੂਰਾਂ ਤੇ ਜਿਹੜੇ ਕਾਰਖਾਨਿਆਂ ਵਿੱਚ ਕੰਮ ਕਰਦੇ ਆ ਹੈ ਲਾਲ ਹਮਾਰਾ ਪਰਚਮ। ਇਸ ਤਰ੍ਹਾਂ ਨਸ਼ਿਆਂ ਤੇ ਹੈਗਾ ਪਰਿੰਦੇ ਭਟਕ ਗਏ। ਤੇ ਇਸ ਤਰ੍ਹਾਂ ਅੱਡ-ਅੱਡ ਵਿਸ਼ਿਆਂ ਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਾਸਤੇ ਹਾਂਜੀ। ਇਸ ਤਰ੍ਹਾਂ ਨਾਟਕ ਵਿੱਚ ਵਿਸ਼ੇ ਚ ਕਵਰ ਕੀਤੇ ਗਏ। ਬਿਲਕੁਲ ਬਹੁਤ ਵਧੀਆ ਜੀ। ਹਰਕੇਸ਼ ਜੀ, ਜਿਸ ਤਰ੍ਹਾਂ ਹਰ ਇੱਕ ਥੀਏਟਰ ਆਰਟਿਸਟ ਦੇ ਸ਼ੁਰੂਆਤੀ ਦੌਰ ਵਿੱਚ ਇੱਕ ਪੜਾਅ ਆਉਂਦਾ ਜਦੋਂ ਘਰ ਦੇ ਕਹਿੰਦੇ ਕਿਹੜੇ ਕੰਮਾਂ 'ਚ ਪੈ ਗਿਆ, ਕੀ ਕਰਨ ਲੱਗਿਆ, ਇਹ ਛੱਡ ਦੇ ਇਸ ਨਾਟਕਾਂ ਨੂੰ, ਕਿ ਤੁਹਾਡੇ ਲਾਈਫ ਵਿੱਚ ਵੀ ਕੁਝ ਇਸ ਤਰ੍ਹਾਂ ਦੀ ਘਟਨਾ ਵਾਪਰੀ? ਸ਼ੁਰੂਆਤੀ ਦੌਰ ਵਿੱਚ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਘਰੇ ਬਹੁਤ ਝਿੜਕਾਂ ਪੈਂਦੀਆਂ ਸੀਗੀਆਂ। ਹਰੇਕ ਵਾਰੀ ਇਹ ਕਹਿ ਕੇ ਵੀ ਛੁਟਕਾਰਾ ਹੁੰਦਾ ਸੀਗਾ ਵੀ ਚੱਲ ਅੱਗੇ ਤੋਂ ਨਹੀਂ ਕਰਦੇ, ਪਰ ਅੱਗੇ ਤੋਂ ਕਰਨ ਲਈ ਪਲੈਨਿੰਗ ਦਿਮਾਗ ਵਿੱਚ ਉਦੋਂ ਹੀ ਚੱਲ ਰਹੀ ਹੁੰਦੀ ਸੀਗੀ ਜਦੋਂ ਝਿੜਕਾਂ ਪੈ ਰਹੀਆਂ ਹੁੰਦੀਆਂ ਸੀ। ਉਦੋਂ ਹੀ ਦਿਮਾਗ ਵਿੱਚ ਪਲੈਨਿੰਗ ਚੱਲ ਰਹੀ ਹੁੰਦੀ ਸੀਗੀ ਵੀ ਗਾਹਾਂ ਵਾਲਾ ਸ਼ੋਅ ਕਿੱਥੇ ਕਰਨਾ, ਉਦੋਂ ਕੀ ਬਹਾਨਾ ਮਾਰਨਾ। ਸੋ ਇਹ ਝਿੜਕਾਂ ਵਾਲਾ ਦੌਰ ਤਾਂ ਚੱਲਦਾ ਹੀ ਰਿਹਾ, ਕਾਫੀ ਲੰਬਾ ਸਮਾਂ ਚੱਲਦਾ ਰਿਹਾ। ਪਰ ਗੱਲ ਇਹ ਸੀ ਵੀ ਕਿਉਂਕਿ ਨਾਲ ਪੜ੍ਹੀ ਜਾ ਰਹੇ ਸੀਗੇ, ਪਾਸ ਹੋਈ ਜਾ ਰਹੇ ਸੀਗੇ, ਤਾਂ ਉਹਦੇ ਕਰਕੇ ਝਿੜਕਾਂ ਵਾਲਾ ਦੌਰ ਐਂ ਜਿਹਾ ਸੀਗਾ, ਸਮੂਥ ਜਿਹਾ ਸੀਗਾ ਵੀ ਪੈਂਦੀਆਂ ਤਾਂ ਸੀਗੀਆਂ ਵੀ, ਪਰ ਨਾਲ ਦੀ ਨਾਲ ਇੰਨੀ ਬੰਦਿਸ਼ ਨਹੀਂ ਸੀ ਵੀ ਬਸ ਜਮਾਂ ਹੀ ਲੀਕ ਖਿੱਚਣ ਵਾਲੀ ਬੰਦਿਸ਼ ਨਹੀਂ ਰਹੀ। ਸੋ ਮੇਰੇ ਫਾਦਰ ਨੇ, ਮੇਰੇ ਮਦਰ ਨੇ ਸਪੋਰਟ ਹੀ ਕੀਤਾ। ਈਵਨ ਮੇਰੀ ਛੋਟੀ ਸਿਸਟਰ ਵੀ ਮੇਰੇ ਨਾਲ ਮੇਰੇ ਰੰਗਮੰਚ ਵਿੱਚ ਕੰਮ ਕਰਦੀ ਰਹੀ ਹੈ। ਤੇ ਉਸ ਤੋਂ ਬਾਅਦ ਜਿਹੜਾ ਮੇਰਾ ਪਰਿਵਾਰ ਵਿੱਚੋਂ ਮੇਰੀ ਵਾਈਫ ਵੀ ਮੇਰੇ ਨਾਲ ਹੁਣ ਤੱਕ ਰੰਗਮੰਚ ਵਿੱਚ ਕੰਮ ਕਰ ਰਹੀ ਹੈ, ਮੇਰੀ ਬੇਟੀ ਕੰਮ ਕਰ ਰਹੀ ਹੈ। ਸੋ ਰੰਗਮੰਚ ਹੋਊਗਾ ਤਾਂ ਹੀ ਜੇ ਤੁਸੀਂ ਆਪ ਮੰਨ ਕੇ ਚੱਲੋਗੇ ਵੀ ਜਿਹੜਾ ਕੰਮ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਉਹ ਸਹੀ ਦੱਸ ਰਹੇ ਹੋ, ਤੇ ਸਹੀ ਤਾਂ ਹੀ ਦੱਸੋਗੇ, ਸਹੀ ਤਾਂ ਹੀ ਕਰੋਗੇ ਜੇ ਤੁਸੀਂ ਉਹ ਆਪਣੇ ਪਰਿਵਾਰ ਤੇ ਲਾਗੂ ਕਰ ਸਕਦੇ ਹੋ। ਸੋ ਮੇਰੇ ਪਰਿਵਾਰ ਤੇ ਲਾਗੂ ਹੁੰਦੀ ਹੈ, ਤੇ ਇਸੇ ਕਰਕੇ ਮੈਂ ਉਨਾ ਹੀ ਫੋਰਸਲੀ ਦੂਸਰੇ ਲੋਕਾਂ ਨੂੰ ਕਹਿਣਾ ਵਾਂ ਵੀ ਹਾਂ, ਰੰਗਮੰਚ ਹੀ ਦੁਨੀਆ ਨੂੰ ਵਧੀਆ ਨਵੀਂ ਅੱਛੀ ਸੇਧ ਦੇ ਸਕਦਾ ਵਾ। ਜੇ ਰੰਗਮੰਚ ਇੱਕ ਸੰਵੇਦਨਾ ਵਾ, ਜੇ ਮਨੁੱਖ ਅੰਦਰ ਸੰਵੇਦਨਾ ਜਾਗਦੀ ਰਹੂਗੀ ਤਾਂ ਮਨੁੱਖ ਦੂਸਰੇ ਦਾ ਕਤਲ ਕਰਨ ਲੱਗਿਆ ਵੀ ਸੋਚੂਗਾ, ਤਾਂ ਮਨੁੱਖ ਦੂਸਰੇ ਨਾਲ ਇਨਜਸਟਿਸ ਕਰਨ ਲੱਗਿਆ ਵੀ ਸੋਚੂਗਾ, ਧੋਖਾਧੜੀ ਕਰਨ। ਹਾਂ, ਸੋ ਮਨੁੱਖ ਅੰਦਰ ਮਨੁੱਖੀ ਕਦਰਾਂ ਕੀਮਤਾਂ ਪੈਦਾ ਹੋਣਗੀਆਂ। ਰੰਗਮੰਚ ਉਹਦਾ ਇੱਕ ਜ਼ਰੀਆ ਵਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਰੰਗਮੰਚ ਪਰਿਵਾਰ ਵਿੱਚ ਪੈਦਾ ਹੋਣਾ ਤਾਂ ਬਹੁਤ ਵੱਡੀ ਗੱਲ ਹੈ। ਬਿਲਕੁਲ ਜੀ। ਹਰਕੇਸ਼ ਜੀ, ਤੁਸੀਂ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਬਾਰੇ ਦੱਸੋਗੇ? ਹਾਂਜੀ, ਮੈਂ 3 MA ਕੀਤੀਆਂ ਹੋਈਆਂ ਵਾ। ਓਕੇ ਜੀ। MA ਪੰਜਾਬੀ ਸਭ ਤੋਂ ਪਹਿਲਾਂ ਕੀਤੀ, MA ਥੀਏਟਰ ਕੀਤੀ, MA ਪੋਲੀਟੀਕਲ ਸਾਇੰਸ ਕੀਤੀ, MEd ਕੀਤੀ। MA ਥੀਏਟਰ ਤੁਸੀਂ ਕਿਹੜੀ ਯੂਨੀਵਰਸਿਟੀ ਤੋਂ ਕੀਤੀ? ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ MA ਥੀਏਟਰ ਕੀਤੀ ਹੈ। ਓਕੇ, ਕਿਹੜੇ ਸਨ ਵਿੱਚ ਤੁਸੀਂ ਕੀਤੀ ਹੈ?
ਸਾਨੂੰ ਤਾਂ ਹੁਣ ਲਗਭਗ 20 ਸਾਲ ਹੋ ਗਏ 20 ਸਾਲ ਹੋ ਗਏ ਕੀਤੀ ਨੂੰ। ਹਰਕੇਸ਼ ਜੀ, ਐਮਏ ਥੀਏਟਰ ਦੀ ਜਰਨੀ ਦੌਰਾਨ ਤੁਹਾਡੀ ਲਾਈਫ ਜੋ ਟੀਚਰਸ ਥੀਏਟਰ ਟੀਚਰ ਆਏ ਜਿਨ੍ਹਾਂ ਤੁਹਾਨੂੰ ਸਿਖਾਇਆ, ਉਹਨਾਂ ਬਾਰੇ ਕੁਝ ਦੱਸਣਾ ਚਾਹੋਗੇ? ਐਮਏ ਥੀਏਟਰ ਦਰਮਿਆਨ ਸਾਡੇ ਨਵਨਿੰਦਰਾ ਬਹਿਲ ਜੀ ਹੈੱਡ ਆਫ ਦੀ ਡਿਪਾਰਟਮੈਂਟ ਸੀਗੇ ਜਦੋਂ ਅਸੀਂ ਕੀਤੀ ਹੈ, ਅਤੇ ਡਾਕਟਰ ਗੁਰਚਰਨ ਸਿੰਘ, ਡਾਕਟਰ ਸੁਨੀਤਾ ਧੀਰ, ਜਸਪਾਲ ਕੌਰ ਦਿਓਲ, ਇਹ ਸਾਡੇ ਅਧਿਆਪਕ ਸੀਗੇ। ਅਤੇ ਉਦੋਂ ਅਸੀਂ ਨਵਨਿੰਦਰਾ ਬਹਿਲ ਜੀ ਨਾਲ ਇੱਕ ਪਲੇਅ ਕੀਤਾ ਸੀਗਾ ਜਿਹੜਾ ਬਹੁਤ ਯਾਦਗਾਰੀ ਪਲੇਅ ਹੈ, ਸਾਡਾ ਜੱਗੋਂ ਸੀਰ ਮੁੱਕਿਆ। ਸਾਡਾ ਜੱਗੋਂ ਸੀਰ ਮੁੱਕਿਆ ਵਿੱਚ ਮੈਂ ਬਾਬਾ ਬਹਾਦਰ ਦਾ ਰੋਲ ਕਰਦਾ ਹੁੰਦਾ ਸੀਗਾ। ਬਾਬਾ ਬੰਦਾ ਬਹਾਦਰ ਨਾ, ਬਾਬਾ ਬਹਾਦਰ। ਓਕੇ। ਬਾਬਾ ਬਹਾਦਰ ਇੱਕ ਐਸਾ ਕਰੈਕਟਰ ਹੈ ਜਿਹੜਾ ਪੰਜਾਬੀ ਰੰਗਮੰਚ ਵਿੱਚ ਇੱਕ ਨਵੀਂ ਗੱਲ ਲੈ ਕੇ ਆਇਆ ਸੀਗਾ। ਉਹ ਇਹ ਸੀਗਾ ਕਿ ਖੁਦਕੁਸ਼ੀਆਂ ਦਾ ਰਾਹ ਲੋਕਾਂ ਨੇ, ਕਿਸਾਨਾਂ ਨੇ ਅਖਤਿਆਰ ਕਰ ਲਿਆ ਸੀਗਾ, ਤੇ ਬਾਬਾ ਬਹਾਦਰ ਕਹਿੰਦਾ ਓਏ ਖੁਦਕੁਸ਼ੀਆਂ ਕਿਉਂ ਕਰਦੇ ਹੋ, ਲੜੋ, ਹੱਥਾਂ ਵਿੱਚ ਡਾਂਗਾਂ ਫੜ ਫੜ ਲੜੋ। ਤੇ ਇਹ ਨਾਟਕ ਆਲ ਇੰਡੀਆ ਯੂਨੀਵਰਸਿਟੀਆਂ ਦਾ ਜਿਹੜਾ ਕੰਪੀਟੀਸ਼ਨ ਹੁੰਦਾ ਉਹਦੇ 'ਚ ਵੀ ਫਸਟ ਆਇਆ ਸੀਗਾ। ਸਭ ਤੋਂ ਵੱਡੀ ਗੱਲ ਇਹ ਹੈ, ਸਾਰੇ ਹਿੰਦੁਸਤਾਨ ਦਾ ਇਹ ਬੈਸਟ ਨਾਟਕ ਸੀਗਾ ਉਸ ਵੇਲੇ ਦਾ। ਸੋ ਉਸ ਵੇਲੇ ਦੀਆਂ ਵੀ ਅੱਛੀਆਂ ਯਾਦਾਂ। ਅਤੇ ਉਸ ਵੇਲੇ ਦੇ ਜਿਹੜੇ ਵਿਦਿਆਰਥੀ ਸੀਗੇ, ਹੁਣ ਇਹ ਨਵਦੀਪ ਕਲੇਰ ਦੀ ਫਿਲਮ ਆਈ ਉੱਚਾ ਪਿੰਡ, ਹਾਂ, ਉਹ ਸਾਡੇ ਨਾਲ ਹੀ ਸੀਗਾ। ਹਰਕੇਸ਼ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਤੁਸੀਂ ਮਾਸਟਰ ਡਿਗਰੀਆਂ ਕੀਤੀਆਂ ਨੇ, 3 ਮਾਸਟਰ ਡਿਗਰੀਆਂ ਕੀਤੀਆਂ ਨੇ। ਕੋਈ ਮਾਸਟਰ ਡਿਗਰੀ ਕਰਨ ਲਈ ਗ੍ਰੈਜੂਏਸ਼ਨ ਵਿੱਚ ਉਹ ਇਲੈਕਟਿਵ ਸਬਜੈਕਟ ਹੋਣਾ ਬਹੁਤ ਜ਼ਰੂਰੀ ਹੈ। ਜੀ ਜੀ। ਪਰ ਇਹ ਕੀ ਕਾਰਨ ਹੈ ਜਦੋਂ ਆਪਾਂ ਐਮਏ ਥੀਏਟਰ ਕਰਦੇ ਹਾਂ ਤਾਂ ਉਹਦੇ ਵਾਸਤੇ ਆਪਾਂ ਨੂੰ ਇਲੈਕਟਿਵ ਸਬਜੈਕਟ ਦੀ ਜ਼ਰੂਰਤ ਨਹੀਂ ਪੈਂਦੀ ਗ੍ਰੈਜੂਏਸ਼ਨ ਵਿੱਚ, ਕਿ ਤੁਹਾਡੇ ਹਿਸਾਬ ਨਾਲ ਇਹ ਵੀ ਸਬਜੈਕਟ ਹੋਣਾ ਚਾਹੀਦਾ ਗ੍ਰੈਜੂਏਸ਼ਨ ਵਿੱਚ? ਬਹੁਤ ਜ਼ਰੂਰੀ ਹੈ ਜੀ। ਗ੍ਰੈਜੂਏਸ਼ਨ ਨਹੀਂ, ਸਕੂਲ ਲੈਵਲ 'ਤੇ ਹੀ ਥੀਏਟਰ ਸਬਜੈਕਟ ਹੋਣਾ ਬਹੁਤ ਜ਼ਰੂਰੀ ਹੈ। ਥੀਏਟਰ ਇਕੱਲਾ ਜੀਵਨ ਜਾਚ ਹੀ ਨਹੀਂ ਸਿਖਾਉਂਦਾ, ਬੰਦੇ ਦੀ ਇੰਡੀਵਿਜੂਅਲ ਪਰਸਨੈਲਿਟੀ ਡਿਵੈਲਪਮੈਂਟ ਦੀ ਵੀ ਜਾਂਚ ਦੱਸਦਾ ਵਾ। ਸੋ ਜੇ ਸਕੂਲਾਂ ਵਿੱਚ ਇਹ ਸਬਜੈਕਟ ਆਊਗਾ ਤਾਂ ਸਾਡੇ ਵਿਦਿਆਰਥੀਆਂ ਦੀ ਪਰਸਨੈਲਿਟੀ ਵਿੱਚ ਬੜਾ ਨਿਖਾਰ ਆਊਗਾ। ਮੈਂ ਤੁਹਾਨੂੰ ਇੱਕ ਕਿੱਸਾ ਦੱਸਦਾ ਵਾਂ। ਮੈਨੂੰ ਇੱਥੇ ਲੁਧਿਆਣੇ ਦੇ ਇੱਕ ਕਾਲਜ ਵਿੱਚ ਇੱਕ ਥੀਏਟਰ ਵਰਕਸ਼ਾਪ ਲਈ ਬੁਲਾਇਆ ਗਿਆ, ਅਤੇ ਉਹ ਮੈਨੇਜਮੈਂਟ ਦਾ ਕੋਰਸ ਕਰ ਰਹੇ ਸੀਗੇ ਬੱਚੇ। ਅਤੇ ਮੈਂ ਕਿਹਾ ਵੀ ਇੱਥੇ ਕੋਈ ਫੈਸਟੀਵਲ ਨਹੀਂ ਹੈ, ਵੀ ਥੀਏਟਰ ਵਰਕਸ਼ਾਪ ਕਾਹਦੇ ਵਾਸਤੇ ਲਗਾਉਣੀ ਹੈ। ਉਹਨਾਂ ਦੇ ਪ੍ਰਬੰਧਕਾਂ ਨੂੰ, ਪ੍ਰੋਫੈਸਰ ਸਾਹਿਬ ਨੂੰ ਕਿਹਾ, ਪ੍ਰੋਫੈਸਰ ਮਨਜੀਤ ਸਿੰਘ ਛਾਬੜਾ ਸੀਗੇ ਉੱਥੋਂ ਦੇ ਆਰਗੇਨਾਈਜ਼ਰ ਪ੍ਰਬੰਧਕ, ਅਤੇ ਉਹ ਕਹਿੰਦੇ ਵੀ ਹਰਕੇਸ਼ ਇਸ ਕਰਕੇ ਲਗਾਉਣੀ ਹੈ ਕਿ ਇਹਨਾਂ ਦੀ ਪਰਸਨੈਲਿਟੀ ਵਿੱਚ ਨਿਖਾਰ ਆ ਜਾਵੇ, ਅਤੇ ਵੀ ਮਤਲਬ ਇਹਨਾਂ ਨੂੰ ਅਕਾਦਮਿਕ ਗਿਆਨ ਤਾਂ ਹੁੰਦਾ ਵਾ, ਪਰ ਆਪਣੀ ਗੱਲ ਕਹਿਣ ਦੀ ਇਹਨਾਂ ਵਿੱਚ ਤਾਕਤ ਹੀ ਨਹੀਂ ਹੁੰਦੀ ਹੈਗੀ। ਉਹ ਥੀਏਟਰ ਸਿਖਾਉਂਦਾ ਵਾ। ਇਸ ਕਰਕੇ ਥੀਏਟਰ ਵਰਕਸ਼ਾਪ ਬਹੁਤ ਜ਼ਰੂਰੀ ਹੈ। ਤਾਂ ਇਹਦੇ ਲਈ ਜ਼ਰੂਰੀ ਹੈ ਵੀ ਜੇ ਤੁਸੀਂ ਆਪਣੇ ਬੱਚਿਆਂ ਵਿੱਚ ਇੱਕ ਕੌਨਫੀਡੈਂਸ ਲਿਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਥੀਏਟਰ ਸਬਜੈਕਟ ਹੈ ਜਿਹੜਾ ਸਕੂਲ ਲੈਵਲ 'ਤੇ ਅਤੇ ਫਿਰ ਗ੍ਰੈਜੂਏਸ਼ਨ ਲੈਵਲ 'ਤੇ ਹੋਣਾ ਚਾਹੀਦਾ, ਤਾਂ ਹੀ ਐਮਏ ਕਰਨ ਦਾ ਕੋਈ ਫਾਇਦਾ ਹੋਊਗਾ। ਸਾਨੂੰ ਵੀ ਇੱਦਾਂ ਲੱਗਦਾ ਕਿ 2 ਸਾਲਾਂ ਵਿੱਚ ਥੀਏਟਰ ਐਡਾ ਵੱਡਾ ਵਾਇਸਟ ਇਹਦਾ ਹੈਗਾ ਫੀਲਡ, ਇਹਦੇ ਵਿੱਚ 2 ਸਾਲਾਂ ਵਿੱਚ ਤੁਸੀਂ ਕੰਪਲੀਟ ਹੀ ਨਹੀਂ ਕਰ ਸਕਦੇ ਹੈਗੇ। ਜੇ ਬੱਚਾ ਥੋੜਾ ਸਿੱਖਦਾ ਐਮਏ ਤੱਕ ਪਹੁੰਚੂਗਾ ਤਾਂ ਉਹਦੇ ਰਿਜ਼ਲਟ ਹੋਰ ਹੋਣਗੇ। ਇੱਕ ਗੱਲ। ਦੂਸਰੀ ਗੱਲ ਇਹ ਹੈ ਕਿ ਮਿਊਜ਼ਿਕ ਹੈਗਾ ਵਾ ਛੋਟੀਆਂ ਕਲਾਸਾਂ ਵਿੱਚ, ਡਾਂਸ ਹੈਗਾ ਵਾ ਹਰੇਕ ਸਕੂਲ 'ਚ, ਡਾਂਸ, ਮਿਊਜ਼ਿਕ। ਹਾਂ, ਥੀਏਟਰ ਕਿਉਂ ਨਹੀਂ ਹੈ? ਇਹ ਇੱਕ ਵੱਡਾ ਰੀਜ਼ਨ ਮੈਨੂੰ ਐਂ ਲੱਗਦਾ ਵਾ ਵੀ ਇਹਦਾ ਇੱਕ ਵੱਡਾ ਕਾਰਨ ਹੈ ਵੀ ਥੀਏਟਰ ਕਿਉਂ ਨਹੀਂ ਹੈ। ਥੀਏਟਰ ਵਿੱਚ ਇੱਕ ਬਗਾਵਤੀ ਸੁਰ ਹੁੰਦੀ ਹੈ ਜੋ ਗਲਤ ਨਿਜ਼ਾਮ ਨਾਲ ਟੱਕਰ ਲੈਂਦਾ ਵਾ। ਜੋ ਗਲਤ ਸਮਾਜ ਵਿੱਚ ਵਾਪਰ ਰਿਹਾ ਹੈ, ਚਾਹੇ ਉਹ ਪੋਲੀਟੀਕਲ ਲੈਵਲ ਦਾ ਵਾਪਰ ਰਿਹਾ ਹੈ, ਚਾਹੇ ਸਮਾਜਿਕ ਲੈਵਲ ਦਾ ਵਾਪਰ ਰਿਹਾ ਹੈ, ਉਹਦੇ ਤੇ ਥੀਏਟਰ ਉਂਗਲ ਕਰਦਾ ਵਾ। ਥੀਏਟਰ ਕਹਿੰਦਾ ਵਾ ਇਹਨੂੰ ਬਦਲ ਦਿਓ, ਜਿਹੜਾ ਸਮਾਜ ਨਕਾਰਾ ਵਾ ਉਹਨੂੰ ਬਦਲ ਦਿਓ। ਗੁਰਸ਼ਰਨ ਭਾਜੀ ਦੇ ਇੱਕ ਨਾਟਕ ਸਿਉਂਕ ਵਿੱਚ ਡਾਇਲੋਗ ਹੈ, ਉਹ ਬੇਰੁਜ਼ਗਾਰੀ ਤੇ ਡਾਇਲੋਗ ਹੈ, ਬੇਰੁਜ਼ਗਾਰੀ ਬਾਰੇ ਸਾਰਾ ਨਾਟਕ ਹੈ। ਉਹਦੇ 'ਚ ਉਹ ਕਹਿੰਦਾ ਵੀ ਇਸ ਇਮਾਰਤ ਨੂੰ ਸਿਉਂਕ ਪੈ ਗਈ ਹੈ ਤੇ ਸਿਉਂਕ ਦਾ ਇੱਕੋ ਇੱਕ ਇਲਾਜ ਹੈ, ਅੱਗ ਲਾ ਦੇ, ਫੂਕ ਦਿਓ ਇਹਨੂੰ। ਤੇ ਇਹ ਮਤਲਬ ਇਹ ਕੀ ਹੈ ਵੀ ਨਾਟਕਕਾਰ ਨਾਟਕ ਰਾਹੀਂ ਆਪਣੇ ਪਾਤਰਾਂ ਰਾਹੀਂ ਬਗਾਵਤ ਕਰਦਾ ਦਿਖਾਉਂਦਾ ਨਿਜ਼ਾਮ ਦੇ ਖਿਲਾਫ, ਜਿਹੜਾ ਗਲਤ ਹੈ। ਤੇ ਇੱਥੋਂ ਦਾ ਨਿਜ਼ਾਮ ਇੱਦਾਂ ਚਾਹੁੰਦਾ ਨਹੀਂ ਹੈਗਾ ਕਿ ਸ਼ੁਰੂਆਤ ਤੋਂ ਹੀ
ਬੱਚਿਆਂ ਦੇ ਦਿਮਾਗ ਵਿੱਚ ਗਲਤ ਪ੍ਰਤੀ ਗਲਤ ਕਹਿਣ ਦੀ ਹਿੰਮਤ ਪੈਦਾ ਹੋ ਜਾਵੇ। ਜੇ ਹਿੰਮਤ ਪੈਦਾ ਹੋ ਗਈ ਤਾਂ ਗਲਤ ਨੂੰ ਬਦਲ ਦੇਣਗੇ। ਨਹੀਂ ਤਾਂ 70 ਸਾਲਾਂ ਤੋਂ ਦੇਸ਼ ਵਿੱਚ ਗਲੀਆਂ ਨਾਲੀਆਂ ਪਿੱਛੇ ਲੜਾਈਆਂ ਨਾ ਹੁੰਦੀਆਂ, ਰੁਜ਼ਗਾਰ ਪੈਦਾ ਹੁੰਦੇ, ਇੱਥੋਂ ਲੋਕ ਪਲਾਇਨ ਨਾ ਕਰਦੇ, ਬਾਹਰਲੀਆਂ ਧਰਤੀਆਂ ਤੇ ਨਾ ਜਾਂਦੇ। ਆਹ ਧਰਤੀ ਜਿੱਥੇ ਹਮੇਸ਼ਾ ਕੁਛ ਨਾ ਕੁਛ ਪੈਦਾ ਹੁੰਦਾ ਵਾ। ਬਾਹਰਲੀਆਂ ਧਰਤੀਆਂ 6-6 ਮਹੀਨੇ ਬਰਫਾਂ ਥੱਲੇ ਦੱਬੀਆਂ ਰਹਿੰਦੀਆਂ ਨੇ। ਸਾਡੀ ਧਰਤੀ ਆ ਜਿਹੜੀ ਹਮੇਸ਼ਾ ਕੁਛ ਨਾ ਕੁਛ ਪੈਦਾ ਕਰਦੀ ਹੈ। ਉੱਥੋਂ ਲੋਕ ਭੱਜੇ ਜਾਂਦੇ ਹੋਣ ਬਾਹਰਲੇ ਦੇਸ਼ਾਂ, ਤਾਂ ਇੱਥੋਂ ਦੇ ਨਿਜ਼ਾਮ ਬਾਰੇ ਸੋਚਣਾ ਬਣਦਾ ਵਾ। ਉਹ ਨਿਜ਼ਾਮ ਇਹ ਚਾਹੁੰਦਾ ਨਹੀਂ ਹੈਗਾ ਬਈ ਇਹ ਲੋਕ ਸੋਚਣ ਲੱਗ ਜਾਣ, ਕਿਉਂਕਿ ਥੀਏਟਰ ਵਿੱਚ ਬਗਾਵਤੀ ਕਾਣਾ ਸਹੁਰਾ ਉਹ ਇਸ ਕਰਕੇ ਲਿਆਉਂਦੇ ਨਹੀਂ ਹੈਗੇ ਇਹ ਸਬਜੈਕਟ ਨੂੰ ਇੱਥੇ। ਮੈਨੂੰ ਇਦਾਂ ਲੱਗਦਾ। ਹਰਕੇਸ਼ ਜੀ, ਕਿ ਤੁਹਾਡੇ ਹਿਸਾਬ ਨਾਲ ਇਹ ਥੀਏਟਰ ਸਬਜੈਕਟ ਸਕੂਲ ਲੈਵਲ ਵਿੱਚ ਕੰਪਲਸਰੀ ਹੋਣਾ ਚਾਹੀਦਾ ਹੈ? ਹਾਂਜੀ, ਬਿਲਕੁਲ। ਥੀਏਟਰ ਸਬਜੈਕਟ ਸਕੂਲ ਲੈਵਲ ਤੋਂ ਹੀ ਹੋਣਾ ਚਾਹੀਦਾ ਵਾ। ਜਿਸ ਤਰ੍ਹਾਂ ਡਰਾਇੰਗ ਸਬਜੈਕਟ ਹੈ, ਡਰਾਇੰਗ ਸਬਜੈਕਟ ਇੱਕ ਸੌਖਾ ਸਬਜੈਕਟ ਹੈ, ਤੇ ਜਦੋਂ ਵਿਦਿਆਰਥੀ ਔਖੇ ਸਬਜੈਕਟਾਂ ਤੋਂ ਥੱਕਦੇ ਆ, ਉਹਦਾ ਟਾਈਮ ਟੇਬਲ ਵੀ ਇਸੇ ਤਰ੍ਹਾਂ ਦਾ ਬਣਾਇਆ ਹੁੰਦਾ ਵਾ। ਵਿੱਚ ਜੇ ਡਰਾਇੰਗ ਦਾ ਸਬਜੈਕਟ ਆ ਜਾਂਦਾ, ਬੱਚੇ ਬਹੁਤ ਚਾਅ ਨਾਲ ਕਰਦੇ, ਇੰਜੋਏ ਕਰਦੇ। ਹਾਂ, ਉਸੇ ਤਰ੍ਹਾਂ ਥੀਏਟਰ ਵੀ ਉਸੇ ਤਰ੍ਹਾਂ ਦਾ ਸਬਜੈਕਟ ਹੈ, ਜਿੱਥੇ ਬੱਚੇ ਜਦੋਂ ਉਹ ਦਿਮਾਗੀ ਤੌਰ ਤੇ ਬੋਝ ਜਿਹਾ ਮਹਿਸੂਸ ਕਰਨਗੇ, ਰਿਲੈਕਸ ਹੋਣ ਲਈ ਥੀਏਟਰ ਵਿੱਚ ਰੱਖਿਆ ਜਾ ਸਕਦਾ ਵਾ। ਤੇ ਮੈਂ ਤਾਂ ਕਹਿਣਾ ਵਾਂ ਵੀ ਇਹ ਕੰਪਲਸਰੀ ਸਬਜੈਕਟ ਹੋਣਾ ਚਾਹੀਦਾ ਵਾ। ਪਰ ਜੇ ਕੰਪਲਸਰੀ ਨਹੀਂ ਹੋ ਸਕਦਾ ਤਾਂ ਐਡੀਸ਼ਨਲ ਸਬਜੈਕਟ ਤਾਂ ਜ਼ਰੂਰ ਹੀ ਹੋਣਾ ਚਾਹੀਦਾ ਵਾ। ਆਪਸ਼ਨਲ ਸਬਜੈਕਟ ਤਾਂ ਹੋਣਾ ਹੀ ਚਾਹੀਦਾ ਵਾ, ਤਾਂ ਕਿ ਬੱਚਿਆਂ ਦੀ ਓਵਰਆਲ ਜਿਹੜੀ ਡਿਵੈਲਪਮੈਂਟ ਆ ਉਹ ਹੋ ਸਕੇ। ਤੇ ਦੂਸਰੀ ਗੱਲ ਇਹ ਹੈ ਵੀ ਜਦੋਂ ਆਪਾਂ ਕੰਪਲਸਰੀ ਜਾਂ ਐਡੀਸ਼ਨਲ ਜਾਂ ਆਪਸ਼ਨਲ ਸਬਜੈਕਟ ਦੇ ਤੌਰ ਤੇ ਇਹਨੂੰ ਇੰਟਰੋਡਿਊਸ ਕਰਾਂਗੇ, ਤਾਂ ਬਹੁਤ ਸਾਰੇ ਜਿਹੜੇ ਥੀਏਟਰ ਵਾਲੇ ਲੋਕ ਫਿਲਮਾਂ ਵਿੱਚ ਨਹੀਂ ਜਾ ਸਕਦੇ ਹੈਗੇ, ਖਾਸ ਕਰਕੇ ਕੁੜੀਆਂ ਨਹੀਂ ਜਾ ਸਕਦੀਆਂ, ਕਈ ਨਹੀਂ ਜਾਂਦੀਆਂ ਹੈਗੀਆਂ, ਉਹਨਾਂ ਨੂੰ ਐਜ਼ ਏ ਥੀਏਟਰ ਟੀਚਰ ਦੇ ਤੌਰ ਤੇ ਸਕੂਲਾਂ ਵਿੱਚ ਜੋਬ ਮਿਲ ਜੂਗੀ, ਯੂਨੀਵਰਸਿਟੀਆਂ ਵਿੱਚ, ਕਾਲਜਾਂ ਵਿੱਚ ਜੋਬ ਮਿਲੂਗੀ, ਤਾਂ ਉਹ ਆਪਣਾ ਰੁਜ਼ਗਾਰ ਚਲਾ ਸਕਦੇ ਆ। ਹੋਣਾ ਚਾਹੀਦਾ। ਤੇ ਵੈਸੇ ਸਰਕਾਰਾਂ ਸਾਰੀਆਂ ਜੌਬਸ ਖਤਮ ਕਰ ਰਹੀਆਂ ਵਾ, ਸਕੂਲ ਵੀ ਖਤਮ ਕਰ ਰਹੀਆਂ ਵਾ, ਪਬਲਿਕ ਅਦਾਰੇ ਖਤਮ ਕਰ ਰਹੀਆਂ ਵਾ। ਇਸ ਤੋਂ ਲੱਗਦਾ ਨਹੀਂ ਹੈਗਾ ਵੀ ਸਰਕਾਰ ਕੋਈ ਇਸ ਗੱਲ ਵੱਲ ਸੋਚੂਗੀ, ਪਰ ਹੋਣਾ ਜ਼ਰੂਰ ਚਾਹੀਦਾ ਵਾ। ਇਹ ਅਦਾਰੇ ਬਚਣੇ ਚਾਹੀਦੇ ਆ, ਸਕੂਲ ਬਚਣੇ ਚਾਹੀਦੇ ਆ, ਕਾਲਜ ਬਚਣੇ ਚਾਹੀਦੇ ਆ, ਪਬਲਿਕ ਸੈਕਟਰ ਬਚਣੇ ਚਾਹੀਦੇ ਆ। ਜਿਸ ਤਰ੍ਹਾਂ ਰੇਲਵੇ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ, ਰੋਡਵੇਜ਼ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ, ਹਸਪਤਾਲਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ, ਇਹਦਾ ਮਤਲਬ ਇਹ ਆ ਵੀ ਸਰਕਾਰਾਂ ਜੌਬਸ ਤੋਂ ਭੱਜ ਰਹੀਆਂ ਵਾ। ਤੇ ਇਹ ਮੁਸ਼ਕਲ ਤਾਂ ਲੱਗਦਾ ਵਾ ਵੀ ਥੀਏਟਰ ਸਬਜੈਕਟ ਨੂੰ ਉਹ ਨਵਾਂ ਜੌਬਸ ਕ੍ਰੀਏਟ ਕਿਉਂ ਕਰਨਗੀਆਂ ਜਦੋਂ ਪਹਿਲੀਆਂ ਨੂੰ ਖਤਮ ਕਰ ਰਹੀਆਂ ਵਾ। ਪਰ ਜ਼ਰੂਰ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ, ਹੈਲਥ ਦੇਣਾ, ਐਜੂਕੇਸ਼ਨ ਦੇਣਾ, ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਜੌਬਸ ਦੇਣੀਆਂ। ਤੇ ਇਸ ਕਰਕੇ ਇਹ ਸਬਜੈਕਟ ਸਕੂਲ ਪੱਧਰ ਤੋਂ ਹੀ ਹੋਣਾ ਚਾਹੀਦਾ। ਹਰਕੇਸ਼ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ, ਤੁਸੀਂ ਗੁਰਸ਼ਰਨ ਭਾਜੀ ਨਾਲ ਬਹੁਤ ਸਾਰੇ ਨਾਟਕ ਕੀਤੇ ਤੇ ਉਹਨਾਂ ਦੇ ਨਾਮ ਤੇ ਹੀ ਤੁਸੀਂ ਗੁਰਸ਼ਰਨ ਕਲਾ ਭਵਨ ਬਣਾਇਆ। ਇਸ ਬਾਰੇ ਤੁਸੀਂ ਦੱਸੋਗੇ, ਇਸ ਭਵਨ ਬਾਰੇ? ਪਹਿਲਾਂ ਗੁਰਸ਼ਰਨ ਭਾਜੀ ਬਾਰੇ ਦੱਸਣਾ ਚਾਹੁੰਦਾ। ਗੁਰਸ਼ਰਨ ਭਾਜੀ ਮੇਰੇ ਪ੍ਰੇਰਨਾ ਸਰੋਤ ਨੇ। ਉਹਨਾਂ ਦੀ ਸ਼ਖਸੀਅਤ ਦਾ ਪ੍ਰਭਾਵ ਮੇਰੇ ਤੇ ਬਹੁਤ ਜ਼ਿਆਦਾ ਵਾ ਕਿ ਇੱਕ ਪੇਸ਼ੇ ਵਜੋਂ ਇੰਜੀਨੀਅਰ ਬੰਦਾ ਜਿਹੜਾ ਇਹ ਸੋਚਦਾ ਵਾ ਕਿ ਜੇ ਅਸੀਂ ਦਰਿਆਵਾਂ ਦੇ ਰੁੱਖ ਬਦਲ ਸਕਦੇ ਹਾਂ ਤਾਂ ਸਮਾਜ ਦਾ ਰੁੱਖ ਕਿਉਂ ਨਹੀਂ ਬਦਲ ਸਕਦੇ, ਸਮਾਜ ਵਿੱਚ ਤਬਦੀਲੀ ਕਿਉਂ ਨਹੀਂ ਲਿਆ ਸਕਦੇ। ਇਹ ਸੋਚ ਕੇ ਉਹਨਾਂ ਨੇ ਰੰਗਮੰਚ ਕਰਨਾ ਸ਼ੁਰੂ ਕੀਤਾ। ਤੇ ਇਹ ਮੇਰੇ ਲਈ ਬਹੁਤ ਸੁਭਾਗੀ ਗੱਲ ਹੈ ਕਿ ਗੁਰਸ਼ਰਨ ਭਾਜੀ ਨਾਲ ਮੈਂ ਕੰਮ ਕੀਤਾ, ਉਹਨਾਂ ਦੀ ਉਂਗਲ ਫੜ ਕੇ ਇਸ ਇਸ਼ਕ ਦੀ ਬਾਦੀ ਵਿੱਚ ਤੁਰਨਾ ਸਿੱਖਿਆ। ਇੱਕ ਇੱਕ ਕਦਮ ਉਹਨਾਂ ਨੇ ਦੱਸਿਆ ਕਿ ਕਿੱਦਾਂ ਸਮਾਜ ਨੂੰ ਸਰਵ ਕਰੀਦਾ ਵਾ, ਸਮਾਜ ਦੀ ਸੇਵਾ ਕਰੀਦੀ ਹੈ। ਸੋ ਉਹਨਾਂ ਦੀ ਸ਼ਖਸੀਅਤ ਦਾ, ਉਹ ਬੜੇ ਸਾਦੇ ਇਨਸਾਨ ਸੀਗੇ। ਬਹੁਤ ਬੰਦੇ ਸਮਾਜ ਵਿੱਚ ਜਦੋਂ ਵਿਚਰਦੇ ਆ ਆਪਾਂ ਦੇਖਦੇ ਆ, ਜਿੱਦਾਂ ਮੈਂ ਆਪਣੀ ਐਗਜ਼ਾਮਪਲ ਲਵਾਂ, ਮੈਨੂੰ ਕਈ ਸਬਜ਼ੀਆਂ ਪਸੰਦ ਨਹੀਂ ਹੈਗੀਆਂ ਵੀ ਸਬਜ਼ੀ ਬਣੀ ਹੋਈ ਹੈ ਖਾਣੇ 'ਚ, ਆਹ ਤਾਂ ਮੈਨੂੰ ਪਸੰਦ ਨਹੀਂ ਹੈ, ਆਪਾਂ ਇੱਦਾਂ ਕਹਿੰਦੇ ਆ। ਮੈਂ ਗੁਰਸ਼ਰਨ ਭਾਜੀ ਨਾਲ ਪਿੰਡਾਂ ਵਿੱਚ ਜਾਂਦਾ ਸੀਗਾ, ਪਿੰਡਾਂ ਵਿੱਚ ਨਾਟਕ ਕਰਦੇ ਹੋਏ ਬੱਸਾਂ ਵਿੱਚ ਅਸੀਂ ਸਫ਼ਰ ਕਰਦੇ ਹੁੰਦੇ ਸੀਗੇ। ਜੋ ਵੀ ਪ੍ਰਬੰਧਕਾਂ ਨੇ ਬਣਾਇਆ, ਜੋ ਵੀ ਸਾਦੀ ਤੋਂ ਸਾਦੀ ਰੋਟੀ, ਜਿਹੋ ਜਿਹੀ ਮਰਜ਼ੀ ਦਾਲ, ਭਾਜੀ ਨੇ ਕਦੇ ਵੀ ਇਹ ਮੈਂ ਸੁਣਿਆ ਨਹੀਂ ਉਹਨਾਂ ਦੇ ਮੂੰਹੋਂ ਕਿ ਯਾਰ ਇਹ ਮੈਂ ਦਾਲ ਖਾਂਦਾ ਨਹੀਂ ਜਾਂ ਇਹ ਮੈਂ ਸਬਜ਼ੀ ਨਹੀਂ ਖਾਂਦਾ। ਜੋ ਵੀ ਉਹਨਾਂ ਨੇ ਦੇਤਾ, ਜੇ ਅਚਾਰ ਵੀ ਦੇਤਾ, ਚੱਲ ਮਤਲਬ ਭਾਜੀ ਇੱਦਾਂ ਹੀ ਕਹਿੰਦੇ ਹੁੰਦੇ ਸੀ, ਚੱਲ ਅਚਾਰ ਹੈਗਾ ਤੇ ਉਹਦੇ ਨਾਲ ਹੀ ਉਹ 2 ਫੁਲਕੇ ਉਹਦੇ ਨਾਲ ਹੀ ਖਾ ਲੈਂਦੇ ਸੀ। ਇੰਨੀ ਸਾਦੀ ਸ਼ਖਸੀਅਤ,
ਇੰਨੀ ਇਮਾਨਦਾਰ ਸ਼ਖਸੀਅਤ ਹੈ। ਉਹ ਕਹਿੰਦੇ ਹੁੰਦੇ ਸੀ ਕਿ ਮੈਂ ਨਾਟਕਾਂ ਵਿੱਚੋਂ ਪਾਈ ਪਾਈ ਜੋੜਦਾ ਵਾਂ, ਪਾਈ ਪਾਈ ਜੋੜ ਕੇ ਮੈਂ ਵੱਡੇ ਕੰਮ ਕਰਦਾ ਵਾਂ। ਸੋ ਉਹ ਨਵੇਂ ਲੇਖਕਾਂ ਨੂੰ ਪ੍ਰਮੋਟ ਕਰਦੇ ਸੀਗੇ ਬਲਰਾਜ ਸਾਹਨੀ ਪ੍ਰਕਾਸ਼ਨ ਰਾਹੀਂ, ਤਾਂ ਵੀ ਉਹਨਾਂ ਦੀਆਂ ਕਿਤਾਬਾਂ ਛਾਪਦੇ ਸੀਗੇ। ਇੱਦਾਂ ਪਾਈ ਪਾਈ ਜੋੜ ਕੇ ਵੱਡੇ ਕੰਮ ਕਰਨ ਦੀ ਜਾਚ ਭਾਜੀ ਨੇ ਸਾਨੂੰ ਸਿਖਾਈ, ਤੇ ਉਹ ਸਿੱਖੀ ਪਾਈ ਪਾਈ ਜੋੜਿਆ ਅਸੀਂ ਲੋਕ ਕਲਾ ਮੰਚ ਵਿੱਚ, ਤੇ ਪਾਈ ਪਾਈ ਜੋੜ ਕੇ ਫਿਰ ਇਹ ਅਸੀਂ ਗੁਰਸ਼ਰਨ ਕਲਾ ਭਵਨ ਬਣਾਇਆ। ਤੇ ਇਹਨੂੰ ਬਣਾਉਂਦੇ ਸਮੇਂ ਥੋੜ੍ਹਾ ਜਿਹਾ ਕਰਜ਼ਾ ਵੀ ਸਿਰ 'ਤੇ ਚੜ੍ਹ ਗਿਆ ਸੀਗਾ, ਲੋਨ ਵੀ ਲਿਆ, ਤੇ ਉਦੋਂ ਮਨ ਥੋੜ੍ਹਾ ਜਿਹਾ ਨਿਰਾਸ਼ਾ ਵਿੱਚ ਵੀ ਚਲਾ ਗਿਆ ਸੀਗਾ ਵੀ ਯਾਰ ਕਰਜ਼ਾ ਚੜ੍ਹ ਗਿਆ ਸਿਰ 'ਤੇ। ਪਰ ਹੌਲੀ ਹੌਲੀ ਲੋਕਾਂ ਨੇ ਸਪੋਰਟ ਕੀਤੀ, ਹੌਲੀ ਹੌਲੀ ਸਾਰਾ ਉਤਰ ਵੀ ਗਿਆ। ਤੇ ਇਹਦਾ ਨਾਮ ਰੱਖਣ ਬਾਰੇ ਵੀ ਮੇਰੇ ਦਿਮਾਗ ਵਿੱਚ ਇਹ ਗੱਲ ਚੱਲਦੀ ਸੀਗੀ ਵੀ ਨਾਮ ਕੀ ਰੱਖੀਏ। ਜਦੋਂ ਗੁਰਸ਼ਰਨ ਕਲਾ ਭਵਨ ਨਾਮ ਸੋਚਿਆ ਤਾਂ ਬਹੁਤ ਸਾਰੇ ਦੋਸਤਾਂ ਨੇ ਇਹ ਵੀ ਕਿਹਾ ਯਾਰ ਇਹ ਤੂੰ ਕਹਿੰਦਾ ਪੁੱਠੀਆਂ ਹੀ ਗੱਲਾਂ ਸੋਚਦਾ ਹੁੰਦਾ ਵਾ, ਬੰਦਾ ਜਿਉਂਦਾ ਵਾ ਤੂੰ ਉਹਦੇ ਨਾਮ ਤੇ ਰੱਖਣ ਲੱਗਿਆ ਵਾ। ਤੇ ਮੈਂ ਭਾਜੀ ਨੂੰ ਫੋਨ ਕੀਤਾ ਵੀ ਭਾਜੀ ਵੀ ਅਸੀਂ ਨਾ ਇੱਕ ਸਟੇਜ ਬਣਾਉਣ ਲੱਗੇ ਆ, ਤੇ ਉਹਦਾ ਨਾਮ ਮੈਂ ਸੋਚਿਆ ਵਾ ਵੀ ਗੁਰਸ਼ਰਨ ਕਲਾ ਭਵਨ ਰੱਖਾਂਗੇ। ਤੇ ਭਾਜੀ ਵੀ ਇਹ ਤੁਹਾਡੀ ਸ਼ਖਸੀਅਤ ਨੂੰ, ਤੁਹਾਡੇ ਕੀਤੇ ਹੋਏ ਕੰਮ ਨੂੰ ਸਾਡਾ ਸਿਜਦਾ ਵਾ, ਸਲਾਮ ਆ, ਵੀ ਉਹ ਕਰਨ ਲੱਗੇ ਆ। ਤੇ ਭਾਜੀ ਕਹਿੰਦੇ ਅੱਛਾ ਠੀਕ ਹੈ ਰੱਖ ਲਵੋ। ਉਹਨਾਂ ਦਾ ਅੰਦਾਜ਼ ਸੀਗਾ ਇਦਾਂ ਬੋਲਣ ਦਾ। ਤੇ ਇਹ ਇੱਕ ਯੂਨੀਕ ਘਟਨਾ ਮੈਨੂੰ ਲੱਗਦੀ ਹੈ ਗੁਰਮੀਤ ਜੀ, ਵੀ ਆਮ ਤੌਰ ਤੇ ਇਹ ਹੁੰਦਾ ਵੀ ਬੰਦੇ ਦੇ ਤੁਰ ਜਾਣ ਤੋਂ ਬਾਅਦ ਬਹੁਤ ਸਾਰੇ ਲੋਕ ਉਹਨਾਂ ਦੀ ਸ਼ਖਸੀਅਤ ਬਾਰੇ ਬਹੁਤ ਕੁਝ ਬੋਲਦੇ ਆ, ਬਹੁਤ ਕੁਝ ਕਰਦੇ ਆ, ਪਰ ਲੋਕ ਕਲਾ ਮੰਚ ਮੁੱਲਾਂਪੁਰ ਦੇ ਹਿੱਸੇ ਆਇਆ ਕਿ ਜਿਉਂਦੇ ਜੀ ਗੁਰਸ਼ਰਨ ਭਾਜੀ ਦੇ ਕੰਮ ਨੂੰ ਅਸੀਂ ਸਲਾਮ ਕੀਤਾ, ਸਿਜਦਾ ਕੀਤਾ। ਤੇ ਇਹ ਵੀ ਇੱਕ ਵੱਖਰੀ ਘਟਨਾ ਵਾ ਦੁਨੀਆ ਦੀ, ਮੈਨੂੰ ਲੱਗਦਾ ਵੱਖਰੀ ਘਟਨਾ ਹੋਊਗੀ ਵੀ ਜਿਹੜੇ ਬੰਦੇ ਦੇ ਨਾਮ ਤੇ ਬਣਿਆ ਹੋਵੇ ਕੋਈ ਚੀਜ਼, ਉਹੀ ਬੰਦਾ ਉਸ ਸੰਸਥਾ ਦਾ ਉਦਘਾਟਨ ਕਰ ਰਿਹਾ ਹੋਵੇ। 16 ਅਕਤੂਬਰ 2007 ਨੂੰ ਗੁਰਸ਼ਰਨ ਭਾਜੀ ਨੇ ਆਪ ਗੁਰਸ਼ਰਨ ਕਲਾ ਭਵਨ ਦਾ ਉਦਘਾਟਨ ਕੀਤਾ ਸੀਗਾ, ਤੇ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਸੀ। ਤੇ ਉਦੋਂ ਗੁਰਸ਼ਰਨ ਭਾਜੀ ਨੇ ਇਸੇ ਸਟੇਜ ਤੋਂ ਬੈਠ ਕੇ ਕਿਹਾ ਸੀਗਾ ਇੱਥੇ ਬਹੁਤ ਵੱਡੇ ਵੱਡੇ ਮੇਲੇ ਲੱਗਿਆ ਕਰਨਗੇ, ਬਹੁਤ ਵੱਡੇ ਵੱਡੇ ਥੀਏਟਰ ਫੈਸਟੀਵਲ ਹੋਇਆ ਕਰਨਗੇ। ਸੋ ਜਦੋਂ ਇੱਥੇ ਅਸੀਂ 16 ਨਵੰਬਰ ਨੂੰ, ਨਵੰਬਰ ਮਹੀਨੇ, ਇੱਕ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ 3 ਰੋਜ਼ਾ ਫੈਸਟੀਵਲ ਕਰਦੇ ਹਾਂ, ਤੇ ਜਦੋਂ ਲੋਕ ਬਹੀਰਾਂ ਕੱਤ ਕੇ ਆਉਂਦੇ ਆ, ਜਾਂ ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਅਸੀਂ ਨਾਟਕ ਕਰਦੇ ਹਾਂ ਤੇ ਲੋਕ ਆਉਂਦੇ ਆ, ਹਾਲ ਭਰਿਆ ਹੁੰਦਾ, ਤਾਂ ਮੈਨੂੰ ਲੱਗਦਾ ਕਿ ਭਾਜੀ ਦੀ ਇਹ ਦੂਰ ਅੰਦੇਸ਼ੀ ਸੀਗੀ ਜਿਹੜਾ ਉਹ ਇਸ ਸਟੇਜ ਤੋਂ ਕਹਿ ਕੇ ਗਏ ਸੀ ਵੀ ਇੱਥੇ ਬੜੇ ਬੜੇ ਮੇਲੇ ਲੱਗਿਆ ਕਰਨਗੇ, ਉਹ ਪੂਰੀ ਹੋ ਰਹੀ ਹੈ। ਸੋ ਇਹ ਗੁਰਸ਼ਰਨ ਕਲਾ ਭਵਨ ਦਾ ਸਫ਼ਰ ਹੈ ਜੀ। ਰਾਕੇਸ਼ ਜੀ, ਜਿਸ ਤਰ੍ਹਾਂ ਦੇਖਿਆ ਜਾਂਦਾ ਹੈ ਕਿਸੇ ਵੀ ਸ਼ਖਸ ਕੋ ਜਦੋਂ ਕੋਈ ਪੈਸਾ ਆ ਜਾਂਦਾ ਹੈ ਉਹ ਗੱਡੀ ਖਰੀਦਣ ਦੀ ਸੋਚਦਾ ਹੈ, ਮੋਬਾਈਲ, ਜਾਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਤੇ ਲਗਾਉਂਦਾ ਹੈ, ਕਿਸੇ ਟ੍ਰਿਪ ਤੇ ਚਲੇ ਜਾਂਦਾ, ਘੁੰਮਣ ਫਿਰਨ ਚਲੇ ਜਾਂਦਾ ਹੈ। ਬਟ ਤੁਸੀਂ ਆਪਣੀ ਕਮਾਈ ਵਿੱਚੋਂ ਇਸ ਕਲਾ ਭਵਨ ਨੂੰ ਸਮਰਪਿਤ ਕੀਤਾ ਹੈ, ਇਸ ਕਲਾ ਭਵਨ ਵਿੱਚ ਇਨਵੈਸਟ ਕੀਤਾ ਹੈ, ਥੀਏਟਰ ਆਰਟ ਨੂੰ ਪ੍ਰਫੁੱਲਤ ਕਰਨ ਵਿੱਚ ਬਹੁਤ ਸਾਰਾ ਯੋਗਦਾਨ ਦਿੱਤਾ ਹੈ, ਬਹੁਤ ਸਾਰੀ ਇਨਵੈਸਟਮੈਂਟ ਕੀਤੀ ਹੈ। ਤੁਹਾਡਾ ਇਹ ਯੋਗਦਾਨ ਹਮੇਸ਼ਾ ਸ਼ਲਾਘਾਯੋਗ ਰਹੇਗਾ, ਆਉਣ ਵਾਲੇ ਸਮੇਂ ਤੱਕ ਯਾਦ ਕੀਤਾ ਜਾਏਗਾ। ਗੁਰਮੀਤ ਜੀ, ਇਹਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਾਂ ਵੀ ਜਦੋਂ ਇਸ ਅਦਾਰੇ ਬਾਰੇ, ਗੁਰਸ਼ਰਨ ਕਲਾ ਭਵਨ ਬਾਰੇ ਕੋਈ ਮੇਰੇ ਤੋਂ ਸਵਾਲ ਪੁੱਛਦਾ ਵਾ ਵੀ ਇਹ ਤੁਸੀਂ ਕਿਉਂ ਬਣਾਇਆ, ਇੱਕ ਦੂਸਰੀ ਗੱਲ ਇਹ ਵੀ ਇਹਦੇ ਬਾਰੇ ਮੈਂ ਇਹ ਕਹਿਣਾ ਹੁੰਦਾ ਵਾ ਵੀ ਇਹ ਮੇਰਾ ਨਹੀਂ ਹੈ ਯਾਰ, ਇਹ ਹੈਗਾ ਲੋਕਾਂ ਦਾ, ਸਾਰੇ ਲੋਕਾਂ ਦਾ, ਸਾਰੇ ਉਹਨਾਂ ਕਲਾਕਾਰਾਂ ਦਾ ਜਿਨ੍ਹਾਂ ਨੇ ਇਸ ਲੋਕ ਕਲਾ ਮੰਚ ਵਿੱਚ ਕੰਮ ਕੀਤਾ ਵਾ, ਚਾਹੇ 1 ਸਾਲ ਕੰਮ ਕੀਤਾ ਵਾ, ਚਾਹੇ 1 ਮਹੀਨਾ ਕੰਮ ਕੀਤਾ ਵਾ, ਕਿਸੇ ਨੇ 20 ਸਾਲ ਕੰਮ ਕੀਤਾ ਵਾ, ਕਿਸੇ ਨੇ ਲਗਾਤਾਰ। ਮੇਰੇ ਸਾਥੀ ਸੁਰਿੰਦਰ ਸ਼ਰਮਾ ਜੀ ਹੈ, ਉਹਨਾਂ ਨੇ ਜਦੋਂ ਲੋਕ ਕਲਾ ਮੰਚ ਬਣਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਮੇਰੇ ਨਾਲ ਲੱਗੇ ਹੋਏ ਆ। ਸੋ ਉਹਨਾਂ ਸਾਰਿਆਂ ਦਾ ਯੋਗਦਾਨ ਆ, ਤੇ ਉਹਨਾਂ ਸਾਰਿਆਂ ਦਾ ਹੀ ਇਹ ਲੋਕ ਕਲਾ ਮੰਚ ਆ, ਮੇਰੇ ਇਕੱਲੇ ਦਾ ਨਹੀਂ ਹੈਗਾ। ਇਹ ਗੱਲ ਮੈਂ ਮੰਨ ਕੇ ਚੱਲਦਾ ਵਾਂ। ਦੂਸਰੀ ਗੱਲ ਇਹ ਹੈ ਵੀ ਰੰਗਮੰਚ ਦਾ, ਥੀਏਟਰ ਦਾ ਜਨੂਨ ਸਾਡੇ ਮਨ ਵਿੱਚ ਪੈਦਾ ਹੋ ਗਿਆ, ਕਿਸੇ ਕਾਰਨ ਕਰਕੇ ਵੀ ਪੈਦਾ ਹੋ ਗਿਆ। ਮੈਂ ਪਹਿਲਾਂ ਵੀ ਗੱਲਾਂ ਕੀਤੀਆਂ ਵਾ, ਉਸ ਜਨੂਨ ਵਿੱਚੋਂ ਹੀ ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਵਾਂ ਵੀ ਸ਼ੁਰੂਆਤੀ ਦੌਰ ਵਿੱਚ ਸਾਡੇ ਕੋਲ ਪੈਸੇ ਤਾਂ ਹੁੰਦੇ ਨਹੀਂ ਸੀਗੇ। 5-5 10-10 ਰੁਪਏ ਇਕੱਠੇ ਕਰਕੇ ਥੀਏਟਰ ਨੂੰ ਪ੍ਰਮੋਟ ਕਰਨੇ, ਇੱਕ ਕੁੜਤਾ ਬਣਾਉਣ ਵਿੱਚ ਵੀ ਉਹ ਪੈਸੇ ਖਰਚ ਹੋ ਜਾਂਦੇ ਸੀਗੇ। ਤਾਂ ਸਾਡੇ ਕੋਲੇ ਜਿਹੜੀ ਪ੍ਰਾਪਰਟੀ ਸੀ ਸ਼ੁਰੂਆਤੀ ਦੌਰ ਵਿੱਚ, ਇੱਕ ਨਗਾਰਾ ਸੀ ਤੇ ਇੱਕ ਟਰੰਕ ਸੀਗਾ। ਉਹਦੇ ਟਰੰਕ ਵਿੱਚ 5-7 ਕੁੜਤੇ ਪਜਾਮੇ ਹੋਣਗੇ, ਚਾਦਰੇ ਹੋਣਗੇ, ਤੇ ਅਸੀਂ ਇੱਕ ਕਮਰਾ ਕਿਰਾਏ ਤੇ ਲੈ ਲਿਆ।
ਪੈਸੇ ਤਾਂ ਸਾਡੇ ਕੋਲੇ ਹੈ ਨਹੀਂ ਸੀ, ਵਿਦਿਆਰਥੀ ਜੀਵਨ ਸੀਗਾ, ਘਰ ਦੇ ਵੀ ਨਹੀਂ ਸੀ ਇੰਨੇ ਪੈਸੇ ਦਿੰਦੇ। 115 ਰੁਪਏ ਕਿਰਾਇਆ ਸੀਗਾ, 6-7 ਮਹੀਨਿਆਂ ਦਾ ਕਿਰਾਇਆ ਇਕੱਠਾ ਹੋ ਗਿਆ। ਤੇ ਉਹ ਜਿਹੜਾ ਮਕਾਨ ਕਮਰੇ ਵਾਲਾ ਮਾਲਕ ਸੀਗਾ, ਤੇ ਜਦੋਂ ਅਸੀਂ ਉਹਨੂੰ ਕਿਰਾਇਆ ਨਹੀਂ ਦਿੱਤਾ, ਉਹ ਸਾਡਾ ਨਗਾਰਾ ਤੇ ਟਰੰਕ ਚੱਕ ਕੇ ਲੈ ਗਿਆ, ਕਮਰੇ ਨੂੰ ਮਾਰ ਗਿਆ ਜੰਦਾ। ਕਹਿੰਦਾ ਆਪ ਪੈਸੇ ਦੇ ਜਿਓ ਤੇ ਆਪਦਾ ਸਮਾਨ ਲੈ ਜਿਓ। ਸੋ ਉਦੋਂ ਸਾਨੂੰ ਐਂ ਲੱਗਿਆ ਵੀ ਯਾਰ ਆਪਣੀ ਗੱਲ ਕਹਿਣ ਲਈ ਆਪਣੀ ਥਾਂ ਹੋਣੀ ਜ਼ਰੂਰੀ ਹੈ। ਬਿਲਕੁਲ ਜੀ। ਸੋ ਫਿਰ ਟੀਮ ਦੇ ਮਨ ਵਿੱਚ ਇਹ ਗੱਲ ਪੈਦਾ ਹੋ ਗਈ ਸੀਗੀ ਕਿ ਆਪਣੀ ਗੱਲ ਕਹਿਣ ਲਈ ਆਪਣੀ ਥਾਂ ਬਣਾਉਣੀ ਜ਼ਰੂਰੀ ਹੈ। ਸੋ ਅਸੀਂ ਪਾਈ ਬਚਾਈ, ਇੱਕ ਪੈਸਾ ਬਚਾਇਆ। ਜਿੱਥੇ ਵੀ ਗੈਰ ਜ਼ਰੂਰੀ ਖਰਚੇ ਸੀਗੇ ਉਹਨਾਂ ਨੂੰ ਬੰਦ ਕੀਤਾ। ਟੀਮ ਦੇ ਨਾਮ ਤੇ ਪੈਸੇ ਇਕੱਠੇ ਕੀਤੇ। ਆਪਣੇ ਦੋਸਤਾਂ ਮਿੱਤਰਾਂ ਨੂੰ ਕਿਹਾ ਕਿ ਅਸੀਂ ਗੁਰਸ਼ਰਨ ਕਲਾ ਭਵਨ ਬਣਾਉਣਾ ਵਾ, ਸਾਡੀ ਸਪੋਰਟ ਕਰੋ। ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ, ਬਹੁਤ ਸਾਰੀਆਂ ਜਥੇਬੰਦੀਆਂ ਨੇ ਸਾਨੂੰ ਸਪੋਰਟ ਕੀਤਾ ਤੇ ਫਿਰ ਗੁਰਸ਼ਰਨ ਕਲਾ ਭਵਨ ਬਣਾਇਆ। ਸੋ ਇਹਦੇ ਬਣਨ ਵਿੱਚ ਵੀ ਇਹ ਗੱਲ ਆ ਕਿ ਸਾਡੇ ਕੋਲ ਪੈਸੇ, ਤੁਹਾਨੂੰ ਦੱਸਿਆ ਵੀ ਕਰਜ਼ਾ ਸਿਰ ਚੜ ਗਿਆ ਸੀਗਾ। ਇਹਦਾ ਲੋਨ ਬਣਾਉਣ ਲਈ ਰੋੜੇ ਇਕੱਠੇ ਕਰਕੇ, ਜਿੱਥੇ ਵੀ ਕੋਈ ਕੰਧ ਬਣਾਉਣੀ ਸੀ, ਰੋੜੇ ਇਕੱਠੇ ਕਰਕੇ ਆਪ ਹੀ ਲੱਗ ਕੇ ਸਾਰੀ ਟੀਮ ਨੂੰ ਕਹਿੰਦਾ ਵੀ ਐਤਵਾਰ ਦੀ ਛੁੱਟੀ ਹੈ ਬਈ, ਸਾਰੇ ਜਣੇ ਆਓ, ਸਾਰੇ ਜਣੇ ਕੰਮ ਕਰੋ। ਐਦਾਂ ਅਸੀਂ ਪਾਈ ਬਚਾਈ ਹੈ ਵੀ ਦਿਹਾੜੀ ਮਜ਼ਦੂਰ ਨਹੀਂ ਰੱਖਣਾ, ਆਪ ਹੀ ਕੰਮ ਕੀਤਾ ਤੇ ਬਾਹਰੋਂ ਘਾਹ ਪੱਟ ਕੇ ਲੌਨ ਚਲਾ ਲਿਆ ਵੀ ਚਲ ਇਹੀ ਸਾਡਾ ਦੇਸੀ ਘਾਹ ਹੀ ਸਾਡਾ ਬਲੈਤੀ ਵਰਗਾ ਵਾ। ਐਦਾਂ ਦੀਆਂ ਫੀਲਿੰਗਸ। ਤੇ ਇਹਦੇ 'ਚ ਦੂਸਰੀ ਗੱਲ ਮੈਂ ਇਹ ਕਹਿੰਦਾ ਹੁੰਦਾ ਸੀ ਆਪਣੇ ਸਾਰੇ ਕਲਾਕਾਰ ਸਾਥੀਆਂ ਨੂੰ ਵੀ ਯਾਰ ਕੋਈ ਬਾਜ਼ਾਰ ਵਿੱਚੋਂ ਬਣੀ ਬਣਾਈ ਚੀਜ਼ 500 ਦੀ ਮਿਲਦੀ ਹੈ, ਉਹਦੇ 'ਚ ਤੁਹਾਡਾ ਕੀ ਯੋਗਦਾਨ? 500 ਰੁਪਇਆ ਦਿੱਤਾ, ਤੁਸੀਂ ਲੈ ਆਂਦੀ। ਗੱਲ ਤਾਂ ਇਹ ਕ੍ਰੀਏਟ ਕਰੋ ਕੁਛ। ਜੇ ਕੋਈ ਚੀਜ਼ ਕ੍ਰੀਏਟ ਕਰੋਗੇ, ਕ੍ਰੀਏਸ਼ਨ ਕਰੋਗੇ, ਉਹ ਆ ਕਮਾਲ, ਉਹ ਆ ਆਰਟ। ਸੋ ਅਸੀਂ ਹਰ ਚੀਜ਼ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਥੱਲੇ ਤੁਸੀਂ ਹਾਲ 'ਚ ਦੇਖੋਗੇ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਨਾ, ਉਹ ਬਣੀਆਂ ਬਾਜ਼ਾਰ 'ਚੋਂ ਨਹੀਂ ਆਈਆਂ ਹੈਗੀਆਂ, ਉਹ ਅਸੀਂ ਕ੍ਰੀਏਟ ਕੀਤੀਆਂ, ਬਣਾਈਆਂ ਵਾ। ਸ਼ੁਰੂਆਤੀ ਦੌਰ ਵਿੱਚ ਮੈਂ ਤੁਹਾਨੂੰ ਦੱਸਾਂ ਬਈ ਲਾਈਟਾਂ ਜਿਹੜੀਆਂ ਅਸੀਂ ਬਣਾਈਆਂ ਨਾ, ਉਹ ਲਾਈਟਾਂ ਅਸੀਂ ਜਿਹੜੀਆਂ ਪੀਪੀਆਂ ਹੁੰਦੀਆਂ ਨਾ, ਤੇਲ ਵਾਲੀਆਂ ਪੀਪੀਆਂ ਹੁੰਦੀਆਂ ਸੀਗੀਆਂ ਪਹਿਲਾਂ, ਟੀਨ ਦੀਆਂ, ਜਿਹਦੇ ਵਿੱਚ ਤੇਲ ਲੈ ਕੇ ਆਉਂਦੇ ਸੀ, ਮਿੱਟੀ ਦਾ ਤੇਲ। ਹਾਂ, ਉਹਨਾਂ ਪੀਪੀਆਂ ਨੂੰ ਕੱਟ ਕੇ ਉਹਨਾਂ ਦੇ ਪਿੱਛੇ ਬੱਲਬ ਫਿੱਟ ਕਰਕੇ ਲਾਈਟਾਂ ਬਣਾਈਆਂ ਸੀਗੀਆਂ ਅਸੀਂ। ਤੇ ਗੋਲ ਡੱਬੇ ਲੈ ਕੇ ਉਹਨਾਂ ਵਿੱਚ ਬੱਲਬ ਲਗਾ ਕੇ ਦੇਸੀ ਲਾਈਟਾਂ ਬਣਾਈਆਂ ਸੀਗੀਆਂ। ਸੋ ਇਸ ਤਰ੍ਹਾਂ ਅਸੀਂ ਹਮੇਸ਼ਾ ਕੋਸ਼ਿਸ਼ ਕੀਤੀ ਹੈ, ਲੋਕ ਕਲਾ ਮੰਚ ਦੇ ਸਾਰੇ ਕਲਾਕਾਰਾਂ ਨੂੰ ਇਸ ਗੱਲ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਕ੍ਰੀਏਟ ਕਰੋ ਚੀਜ਼ਾਂ। ਬਣੀਆਂ ਬਣਾਈਆਂ ਚੀਜ਼ਾਂ ਤੇ ਬਹੁਤਾ ਯਕੀਨ ਨਾ ਕਰੋ, ਪਰ ਜਿੱਥੇ ਕੋਈ ਚੀਜ਼ ਲਿਆਉਣੀ ਪੈਂਦੀ ਹੈ ਉਹ ਤਾਂ ਲਿਆਉਣੀ ਹੁੰਦੀ ਹੈ, ਪਰ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਤਰ੍ਹਾਂ ਗੁਰਸ਼ਰਨ ਕਲਾ ਭਵਨ ਦਾ ਜਿਹੜਾ ਸੀਗਾ ਕਨਸੈਪਟ, ਉਹ ਸਾਡੇ ਮਨ 'ਚ ਆਇਆ ਤੇ ਅਸੀਂ ਲੈ ਕੇ ਅੱਗੇ ਤੁਰੇ ਹਾਂ। ਹਰਕੇਸ਼ ਜੀ, ਤੁਹਾਡੀਆਂ ਗੱਲਾਂ ਸੁਣ ਕੇ ਤਾਂ ਹੀ ਕਿਹਾ ਗਿਆ ਹੈ ਕਿ ਤੁਹਾਡੇ ਇਸ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਧੰਨਵਾਦ ਜੀ। ਮੈਨੂੰ ਲੱਗਦਾ ਵਾ ਵੀ ਆਹ ਜਿਹੜੀ ਤੁਸੀਂ ਇੰਟਰਵਿਊ ਕਰ ਰਹੇ ਹੋ, ਇਹ ਵੀ ਯਾਦਗਾਰੀ ਹੋ ਜਾਣੀ ਹੈ। ਬਹੁਤ ਸਾਰੀਆਂ ਗੱਲਾਂ ਇਹਦੇ ਵਿੱਚ, ਹੋ ਸਕਦਾ ਵੀ ਉਹ ਗੱਲਾਂ ਮੈਂ ਹੋਰ ਕਿਤੇ ਨਾ ਹੀ ਕਰਦਾ, ਤੁਹਾਡੇ ਸਾਹਮਣੇ ਕੀਤੀਆਂ। ਜਿਵੇਂ ਆਹ ਕਿਰਾਏ ਵਾਲੀ ਗੱਲ ਮੈਂ ਹੋਰ ਕਿਸੇ ਸਾਹਮਣੇ ਨਾ ਹੀ ਕਰਦਾ, ਤੁਹਾਡੇ ਸਾਹਮਣੇ ਹੀ ਕੀਤੀ ਹੈ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਯਾਦਗਾਰੀ ਹੋ ਜਾਂਦੀਆਂ ਜਿਹੜੀਆਂ ਸਗੋਂ ਇੱਕ ਡਾਕੂਮੈਂਟ ਦੇ ਤੌਰ ਤੇ ਸਾਂਭੀਆਂ ਵੀ ਰਹਿਣਗੀਆਂ, ਲੋਕਾਂ ਤੱਕ ਪਹੁੰਚਦੀਆਂ ਵੀ ਰਹਿਣਗੀਆਂ। ਬਿਲਕੁਲ ਜੀ। ਹਰਕੇਸ਼ ਜੀ, ਜਿਸ ਤਰ੍ਹਾਂ ਦੇਖਿਆ ਗਿਆ ਦਿੱਲੀ, ਬੰਬੇ, ਚੰਡੀਗੜ੍ਹ, ਇਹ ਸਥਾਨਾਂ ਤੇ ਟਿਕਟ ਸ਼ੋਅ ਹੁੰਦਾ ਹੈ, ਲੋਕ ਟਿਕਟ ਲੈ ਕੇ ਨਾਟਕ ਦੇਖਣ ਜਾਂਦੇ ਨੇ। ਕਿ ਤੁਸੀਂ ਕਦੀ ਸੋਚਿਆ ਵੀ ਸੀ ਆਪਣੇ ਭਵਨ ਵਿੱਚ ਤੁਸੀਂ ਟਿਕਟ ਦੇ ਕੇ ਵੀ ਨਾਟਕ ਲੋਕਾਂ ਨੂੰ ਦਿਖਾਓਗੇ? ਨਹੀਂ ਗੁਰਮੀਤ ਜੀ, ਅਸੀਂ ਬਿਲਕੁਲ ਵੱਖਰੀ ਤਰ੍ਹਾਂ ਸੋਚਦੇ ਹਾਂ। ਗੁਰਸ਼ਰਨ ਭਾਜੀ ਦਾ ਥੀਏਟਰ ਬਹੁਤ ਵੱਖਰੀ ਤਰ੍ਹਾਂ ਸੋਚਦਾ ਵਾ। ਅਸੀਂ ਉਸ ਤਰ੍ਹਾਂ ਦੇ ਕਮਰਸ਼ੀਅਲ ਥੀਏਟਰ ਨੂੰ ਸਪੋਰਟ ਨਹੀਂ ਕਰਦੇ, ਅਸੀਂ ਪੀਪਲ ਥੀਏਟਰ ਨੂੰ ਸਪੋਰਟ ਕਰਦੇ ਹਾਂ। ਪੀਪਲ ਥੀਏਟਰ ਵਿੱਚ ਇਹ ਆ ਵੀ ਗੁਰਸ਼ਰਨ ਭਾਜੀ ਦਾ ਥੀਏਟਰ ਹੈ ਜਿਹੜਾ ਥੜੇ ਦਾ ਥੀਏਟਰ, ਉਹ ਕਹਿੰਦੇ ਹੁੰਦੇ ਸੀ ਸਾਡਾ ਥੜੇ ਦਾ ਥੀਏਟਰ ਹੈ। ਇਸ ਥੀਏਟਰ ਵਿੱਚ ਲੋਕ ਸਪੋਰਟ ਕਰਦੇ ਹੁੰਦੇ ਆ, ਲੋਕ ਆਪਣੇ ਥੀਏਟਰ ਨੂੰ ਜਿਉਂਦਾ ਰੱਖਦੇ ਆ। ਉਹਦੀਆਂ ਮੈਂ ਉਦਾਹਰਨਾਂ ਵੀ ਦੇ ਸਕਦਾ ਵਾਂ। ਤੇ ਦੂਸਰੇ ਰੂਪ ਵਿੱਚ ਮੈਂ ਇਹ ਕਹਿਣਾ ਵਾਂ ਵੀ ਸਾਨੂੰ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਨੂੰ ਕਦੇ ਕੋਈ ਦਿੱਕਤ ਆਈ ਨਹੀਂ ਪੈਸੇ ਦੀ। ਵੀ ਜੇ ਅਸੀਂ ਇਹ ਕਹਿ ਦਈਏ ਆਪਣੇ ਦਰਸ਼ਕਾਂ ਨੂੰ ਵੀ ਪਿਆਰੇ ਦਰਸ਼ਕੋ, ਸਾਨੂੰ ਆਹ ਚੀਜ਼ ਚਾਹੀਦੀ ਹੈ ਤੇ ਇਹ ਚੀਜ਼ ਸਾਡੀ ਵਿੱਤ ਤੋਂ ਬਾਹਰ ਹੈ, ਤੁਸੀਂ ਲੈ ਕੇ ਦੇਣੀ ਹੈ, ਤਾਂ ਉਹ ਅਗਲੇ ਸ਼ੋਅ ਤੱਕ ਸਾਡੇ ਤੱਕ ਪਹੁੰਚ ਜਾਂਦੀ ਹੈ ਚੀਜ਼। ਇੰਨਾ ਸਾਡੇ ਦਰਸ਼ਕਾਂ ਨੂੰ ਸਾਡੇ ਤੇ ਮਾਣ ਆ, ਸਾਡੇ ਤੇ ਵਿਸ਼ਵਾਸ ਆ। ਤੇ ਥੀਏਟਰ ਅਸੀਂ
ਬਹੁਤ ਸਾਰੇ ਲੋਕਾਂ ਤੱਕ ਲੈ ਕੇ ਜਾਣਾ ਚਾਹੁੰਦੇ ਆ ਜਿਨ੍ਹਾਂ ਦੀ ਜੇਬ 'ਚ ਪੈਸਾ ਨਹੀਂ ਹੈਗਾ, ਜਿਹੜੇ ਪੈਸਾ ਖਰਚ ਕੇ ਥੀਏਟਰ ਨਹੀਂ ਦੇਖਣਾ ਚਾਹੁੰਦੇ ਜਾਂ ਦੇਖ ਨਹੀਂ ਸਕਦੇ, ਉਹਨਾਂ ਕੋਲੇ ਤਾਂ ਅਸੀਂ ਮਜ਼ਦੂਰਾਂ ਕਿਸਾਨਾਂ ਵਿੱਚ ਲੈ ਕੇ ਜਾਣਾ ਚਾਹੁੰਦੇ ਆ, ਪਿੰਡਾਂ ਵਿੱਚ ਥੀਏਟਰ ਲੈ ਕੇ ਜਾਣਾ ਚਾਹੁੰਦੇ ਆ, ਪਿੰਡਾਂ ਦੇ ਲੋਕਾਂ ਨੂੰ ਇੱਥੇ ਬੁਲਾਉਣਾ ਚਾਹੁੰਦੇ ਆ, ਜਿਹੜੇ ਆਪਦੇ ਸਾਈਕਲ ਤੇ ਹੀ ਆ ਜਾਣ, ਸਾਈਕਲ ਤੇ ਆ ਕੇ ਦੇਖ ਜਾਣ ਸਾਡਾ ਥੀਏਟਰ। ਜਿਹੜੇ ਪੈਸੇ ਖਰਚ ਕੇ ਥੀਏਟਰ ਦੇਖਦੇ ਆ ਉਹਨਾਂ ਲਈ ਹੋਰ ਸਪੇਸ ਹੈ। ਗੁਰਸ਼ਰਨ ਕਲਾ ਭਵਨ ਤਾਂ ਉਹਨਾਂ ਲੋਕਾਂ ਲਈ ਹੈ ਜਿਹੜੇ ਪੈਸੇ ਵੀ ਨਹੀਂ ਖਰਚ ਸਕਦੇ, ਪਰ ਉਹ ਉਹਨਾਂ ਤੋਂ ਕਲਾ ਦੂਰ ਵੀ ਰੱਖੀ ਜਾਂਦੀ ਹੈ। ਕਲਾ ਉਹਨਾਂ ਤੱਕ ਪਹੁੰਚਾਉਣ ਦਾ ਜ਼ਿੰਮੇਵਾਰੀ ਹੈ ਜਿਹੜੀ ਉਹ ਗੁਰਸ਼ਰਨ ਕਲਾ ਭਵਨ ਤੇ ਲੋਕ ਕਲਾ ਮੰਚ ਨੇ ਲਈ ਹੋਈ ਹੈ। ਜੀ ਹਰਕੇਸ਼ ਜੀ, ਤੁਹਾਡੀ ਗੱਲ ਨਾਲ ਅਸੀਂ ਵੀ ਸਹਿਮਤ ਹਾਂ ਵੀ ਇਹ ਕਮਰਸ਼ੀਅਲ ਹੋਣਾ ਚਾਹੀਦਾ। ਜਿਸ ਤਰ੍ਹਾਂ ਦਿੱਲੀ, ਬੰਬੇ, ਚੰਡੀਗੜ੍ਹ 'ਚ ਟਿਕਟ ਸ਼ੋਅ ਹੁੰਦੇ ਨੇ ਤਾਂ ਕਿ ਥੀਏਟਰ ਆਰਟਿਸਟ ਨੂੰ ਕੁਝ ਮਾਲੀ ਸਹਾਇਤਾ ਮਿਲੇ ਤਾਂ ਆਪਣਾ ਘਰ ਦਾ ਗੁਜ਼ਾਰਾ ਚਲਾ ਸਕੇ। ਇਹ ਜ਼ਰੂਰ ਹੋਣਾ ਚਾਹੀਦਾ ਹੈ। ਬਿਲਕੁਲ ਹੋਣਾ ਚਾਹੀਦਾ ਵਾ। ਜਿਸ ਤਰ੍ਹਾਂ ਜਿਹੜੇ ਗੁਰਸ਼ਰਨ ਭਾਜੀ ਦੀ ਧਾਰਾ ਦੇ ਲੋਕ ਆ ਉਹ ਥੀਏਟਰ ਕਰਦੇ ਆ, ਉਹਨਾਂ ਸਾਹਮਣੇ ਵੀ ਇਹ ਸਵਾਲ ਹੈਗਾ ਵਾ ਕਿ ਉਹਨਾਂ ਦੇ ਜਿਹੜੇ ਕਲਾਕਾਰ ਕਿਸੇ ਜੌਬ ਤੇ ਨਹੀਂ ਹੈਗੇ ਜਾਂ ਕੋਈ ਕਿਸੇ ਦਾ ਕੰਮਕਾਰ ਨਹੀਂ ਹੈਗਾ ਤਾਂ ਉਹਨਾਂ ਦੇ ਰੁਜ਼ਗਾਰ ਦਾ ਕੀ ਕੀਤਾ ਜਾਵੇ। ਇਹਦੇ ਲਈ ਸਾਡੀ ਜਿਹੜੀ ਪੰਜਾਬ ਦੀ ਸੰਸਥਾ ਵਾ ਪੰਜਾਬ ਲੋਕ ਸੱਭਿਆਚਾਰ ਮੰਚ, ਜਿਹਦੇ ਮੌਜੂਦਾ ਪ੍ਰਧਾਨ ਸਰਦਾਰ ਅਮੋਲਕ ਸਿੰਘ ਨੇ ਤੇ ਪਹਿਲੇ ਫਾਊਂਡਰ ਪ੍ਰਧਾਨ ਗੁਰਸ਼ਰਨ ਭਾਜੀ ਸੀਗੇ, ਗੁਰਸ਼ਰਨ ਭਾਜੀ ਤੋਂ ਬਾਅਦ ਹੁਣ ਅਮੋਲਕ ਸਿੰਘ ਜੀ ਉਹਦੇ ਪ੍ਰਧਾਨ ਨੇ, ਉਹਨਾਂ ਸਾਹਮਣੇ ਵੀ ਇਹ ਸਵਾਲ ਸੀਗਾ। ਇਸ ਵਾਰੀ ਜਦੋਂ ਲੋਕਡਾਊਨ ਲੱਗਿਆ ਸਾਰੇ ਥੀਏਟਰ ਸ਼ੋਅ ਬੰਦ ਹੋ ਗਏ, ਪੀਪਲ ਥੀਏਟਰ ਵੀ ਬੰਦ ਹੋ ਗਿਆ, ਸਾਰਾ ਜਿਹੜਾ ਗੁਰਸ਼ਰਨ ਭਾਜੀ ਦਾ ਥੀਏਟਰ ਵੀ ਬੰਦ ਸੀਗਾ। ਉਹਨਾਂ ਦਿਨਾਂ ਵਿੱਚ ਜਦੋਂ ਮੁੱਢਲਾ ਦੌਰ ਚੱਲਿਆ ਉਦੋਂ ਤਾਂ ਲੋਕਾਂ ਨੂੰ ਸਮਝ ਹੀ ਨਹੀਂ ਸੀਗਾ ਵੀ ਕਰੋਨਾ ਕੀ ਚੀਜ਼ ਹੈ। ਤਾਂ ਉਸ ਦੌਰ ਵਿੱਚ ਪੰਜਾਬ ਲੋਕ ਸੱਭਿਆਚਾਰ ਮੰਚ ਨੇ ਬਹੁਤ ਸਾਰੇ ਕਲਾਕਾਰ ਜਿਹੜੇ ਬੇਰੁਜ਼ਗਾਰ ਕਲਾਕਾਰ ਸਿਰਫ ਮਤਲਬ ਬਤੌਰ ਅਦਾਕਾਰ ਹੀ ਕੰਮ ਕਰਦੇ ਆ, ਉਹਨਾਂ ਲਈ ਬਹੁਤ ਸਾਰੀ ਸਪੋਰਟ ਕੀਤੀ ਤਾਂ ਕਿ ਉਹਨਾਂ ਦੀ ਜਾਣੀ ਰੋਟੀ ਰੋਜੀ ਹੈ ਜਿਹੜੀ ਉਹ ਜ਼ਰੂਰ ਚੱਲਦੀ ਰਹੇ, ਹਨਾ। ਤੇ ਪੁੱਛ ਕੇ ਨਾਟਕ ਟੀਮਾਂ ਨੂੰ ਪੁੱਛ ਕੇ ਵੀ ਅਮੋਲਕ ਸਿੰਘ ਹੋਰਾਂ ਨੇ ਸਾਰੀਆਂ ਟੀਮਾਂ ਨੂੰ ਪੁੱਛਿਆ, ਫੋਨ ਕਰਕੇ ਪੁੱਛਿਆ ਵੀ ਕਿਹੜੇ ਕਲਾਕਾਰ ਨੂੰ ਕਿੱਥੇ ਕਿੰਨੀ ਕੁ ਸਪੋਰਟ ਦੀ ਲੋੜ ਹੈ, ਉਹ ਕੀਤੀ ਵੀ ਹੈ ਜਾ ਕੇ। ਹਾਂਜੀ, ਤਾਂ ਇਦਾਂ ਮਤਲਬ ਜੇ ਕੁਛ ਇਸ ਤਰ੍ਹਾਂ ਦਾ ਪੱਕਾ ਪ੍ਰਬੰਧ ਹੋ ਸਕੇ ਤਾਂ ਹੋਣਾ ਚਾਹੀਦਾ ਵਾ, ਕਲਾਕਾਰ ਦੀ ਰੋਟੀ ਰੋਜੀ ਦਾ ਸਹੀ ਪ੍ਰਬੰਧ ਹੋ ਸਕੇ। ਉਹਦਾ ਇੱਕੋ ਇੱਕ ਜ਼ਰੀਆ ਵਾ ਕਿ ਲੋਕਾਂ ਦੇ ਮਨ ਵਿੱਚ ਥੀਏਟਰ ਪ੍ਰਤੀ ਇੱਕ ਚੇਤਨਾ ਪੈਦਾ ਹੋਵੇ। ਬਈ ਜਿਹੜਾ ਜਿੱਦਾਂ ਆਪਾਂ ਅਖਬਾਰ ਪ੍ਰਤੀ ਵੀ ਇੱਕ ਚੇਤਨਾ ਪੈਦਾ ਕਰਨਾ ਚਾਹੁੰਦੇ ਆ, ਕਿਤਾਬ ਪ੍ਰਤੀ ਵੀ ਇੱਕ ਚੇਤਨਾ ਪੈਦਾ ਕਰਨਾ ਚਾਹੁੰਦੇ ਆ, ਵੀ ਅਸੀਂ ਦੱਸਣਾ ਚਾਹੁੰਦੇ ਆ ਵੀ ਭਗਤ ਸਿੰਘ ਪਿਸਤੌਲ ਵਾਲਾ ਨਹੀਂ, ਕਿਤਾਬ ਵਾਲਾ ਵਾ। ਕਿਉਂਕਿ ਜੇਲ੍ਹ ਦੇ ਵਿੱਚ ਉਹ ਆਖਰੀ ਸਮੇਂ ਤੱਕ ਜਦੋਂ ਜਾ ਕੇ ਵਾਰਡਨ ਉਹਨੂੰ ਕਹਿੰਦਾ ਵਾ ਵੀ ਉੱਠ ਭਗਤ ਸਿੰਘ ਤੇਰਾ ਫਾਂਸੀ ਦਾ ਵਕਤ ਹੋ ਗਿਆ, ਉਦੋਂ ਉਹ ਕਿਤਾਬ ਪੜ੍ਹ ਰਿਹਾ, ਕਹਿੰਦਾ ਠਹਿਰੋ, ਇੱਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ ਹੈ, ਕਿਤਾਬ ਪੜ੍ਹ ਰਿਹਾ, ਕਿਤਾਬ ਵਾਲਾ ਵਾ ਭਗਤ ਸਿੰਘ। ਆਪਾਂ ਅਖਬਾਰ ਦੇਖਦੇ ਹਾਂ, ਬੱਸ 'ਚ ਇੱਕ ਬੰਦੇ ਕੋਲੇ ਅਖਬਾਰ ਹੁੰਦਾ ਵਾ ਤੇ ਸਾਰੇ ਕਹਿੰਦੇ ਦਹੀਂ ਯਾਰ ਇੱਕ ਪੇਜ ਦਹੀਂ। ਲੋਕਾਂ ਦੇ ਵਿੱਚ ਨਾ ਇਹ ਪੈਸਾ ਖਰਚ ਕਰਕੇ ਅਖਬਾਰ ਖਰੀਦਣ ਦੀ ਚੇਤਨਾ ਪੈਦਾ ਨਹੀਂ ਹੋਈ ਹੈਗੀ ਹਲੇ। ਫਿਰ ਕਿਤਾਬ ਖਰੀਦਣ ਦੀ ਚੇਤਨਾ ਪੈਦਾ ਹੋਊਗੀ। ਫਿਰ ਥੀਏਟਰ ਵਿੱਚ ਜਾ ਕੇ ਵੀ ਥੀਏਟਰ ਆਰਟਿਸਟ ਨੂੰ ਰੋਟੀ ਵੀ ਚਾਹੀਦੀ ਹੈ, ਉਹਨੂੰ ਕੱਲੀਆਂ ਤਾੜੀਆਂ ਨਹੀਂ ਚਾਹੀਦੀਆਂ ਹੈਗੀਆਂ। ਤਾਂ ਉਹ ਵੀ ਆਪਣੀ ਜੇਬ ਚੋਂ ਜਦੋਂ ਪੈਸਾ ਖਰਚੂਗਾ ਤਾਂ ਥੀਏਟਰ ਆਰਟਿਸਟ ਵਧੀਆ ਢੰਗ ਨਾਲ ਕੰਮ ਕਰ ਸਕੂਗਾ। ਇਹ ਚੇਤਨਾ ਪੈਦਾ ਕਰਨ ਦਾ ਪੰਜਾਬ ਵਿੱਚ ਖਾਸ ਕਰਕੇ ਇਹ ਚੇਤਨਾ ਪੈਦਾ ਕਰਨੀ ਪਊਗੀ। ਹਰਕੇਸ਼ ਜੀ, ਆਮ ਦੇਖਣ ਵਿੱਚ ਆਉਂਦਾ ਹੈ ਕਿ ਥੀਏਟਰ ਵਿੱਚ ਬਹੁਤ ਘੱਟ ਲੜਕੀਆਂ ਪਾਰਟਿਸਿਪੇਟ ਕਰਦੀਆਂ ਨੇ, ਤਾਂ ਕੀ ਕਾਰਨ ਹੋ ਸਕਦਾ ਵੀ ਉਹ ਥੀਏਟਰ 'ਚ ਘੱਟ ਆਉਂਦੀਆਂ ਨੇ? ਇੱਕ ਗੱਲ ਤਾਂ ਇਹ ਹੈ ਕਿ ਇਹ ਰੁਜ਼ਗਾਰ ਨਾਲ ਜੁੜਿਆ ਹੋਇਆ ਕਿੱਤਾ ਨਹੀਂ ਹੈਗਾ। ਵੀ ਜੇ ਰੁਜ਼ਗਾਰ ਨਾਲ ਜੁੜ ਜਾਵੇ ਤਾਂ ਜ਼ਰੂਰ ਲੋਕ ਭੇਜਣਗੇ, ਹਨਾ। ਮੇਨ ਗੱਲ ਇਹੀ ਹੁੰਦੀ ਹੈ ਰੁਜ਼ਗਾਰ ਦੀ। ਮਤਲਬ ਆਮ ਤੌਰ ਤੇ ਐਂ ਕਿਹਾ ਜਾਂਦਾ ਵਾ ਵੀ ਸੋਸ਼ਲ ਸਿਕਿਉਰਿਟੀ ਨਹੀਂ ਹੈ। ਵਿਦੇਸ਼ਾਂ ਵਿੱਚ ਵੀ ਤਾਂ ਭੇਜਦੇ ਆ ਮਾਪੇ, ਕੱਲੀ ਕੁੜੀ ਨੂੰ ਭੇਜ ਦਿੰਦੇ ਆ। ਉਹਦੇ 'ਚ ਇਹ ਆ ਵੀ ਮਾਪਿਆਂ ਨੂੰ ਐਂ ਲੱਗਦਾ ਵਾ ਵੀ ਰੁਜ਼ਗਾਰ ਮਿਲੂਗਾ। ਜੇ ਇੱਥੇ ਵੀ ਥੀਏਟਰ ਵਿੱਚ ਵੀ ਚੰਗੇ ਪੈਸੇ ਮਿਲਦੇ ਹੋਣ ਤਾਂ ਭੇਜਣਗੇ ਮਾਪੇ, ਤੇ ਇਹਦੇ 'ਚ ਕੋਈ ਰੋਕ ਨਹੀਂ ਹੈਗੀ। ਫਿਲਹਾਲ ਥੀਏਟਰ 'ਚੋਂ ਮਿਲਦਾ ਕੁਛ ਨਹੀਂ ਹੈਗਾ ਤੇ ਫਿਰ ਮਾਪਿਆਂ ਨੂੰ ਐਂ ਵੀ ਲੱਗਦਾ ਵਾ ਵੀ ਕਾਹਤੋਂ ਭੇਜੀਏ। ਦੂਸਰਾ ਬਹੁਤ ਅਹਿਮ ਫੈਕਟਰ ਇਹ ਵੀ ਹੈ ਕਿ ਥੀਏਟਰ ਵਾਲਿਆਂ ਨੂੰ ਹਲੇ ਬਹੁਤ ਮਿਹਨਤ ਕਰਨੀ ਪਊਗੀ। ਗੁਰਸ਼ਰਨ ਭਾਜੀ ਦੀ ਇੱਕ ਇੰਟਰਵਿਊ ਸੀ, ਮੈਂ ਸੁਣੀ ਸੀ, ਉਹਦੇ ਵਿੱਚ ਉਹ ਕਹਿੰਦੇ ਵੀ ਅਸੀਂ ਇੱਕ ਥਾਂ ਤੇ ਪਿੰਡ ਵਿੱਚ ਨਾਟਕ ਕਰਨ ਗਏ, ਅੱਜ ਤੋਂ 40-50 ਸਾਲਾਂ ਦੀ ਗੱਲ ਹੋਣੀ ਹੈ। ਤੇ ਉਹ ਕਹਿੰਦੇ ਵੀ
ਇੱਕ ਬੰਦਾ ਅਸੀਂ ਸਟੇਜ ਬਣਾਉਣ ਬਾਰੇ ਉੱਥੇ ਬਿਉਂਤਬੰਦੀ ਬਣਾ ਰਹੇ ਸੀਗੇ ਵੀ ਸਟੇਜ ਕਿੱਧਰ ਲਾਈਏ, ਤਾਂ ਇੱਕ ਬੰਦਾ ਕਹਿੰਦਾ ਵੀ ਸਰਦਾਰਾ ਕੰਜਰਖਾਨਾ ਹੀ ਕਰਨਾ, ਜਿੱਧਰ ਮਰਜ਼ੀ ਕਰ ਲੋ। ਤੇ ਫਿਰ ਉਹ ਗੁਰਸ਼ਰਨ ਭਾਜੀ ਨੇ ਕਿਹਾ ਵੀ ਤੂੰ ਭਾਈ ਦੇਖ ਕੇ ਜਾਈਂ। ਤੇ ਕਹਿੰਦੇ ਵੀ ਉਹ ਬਾਅਦ ਵਿੱਚ ਨਾਟਕ ਦੇਖ ਕੇ ਗਿਆ ਤੇ ਬਾਅਦ ਵਿੱਚ ਉਹ ਬਹੁਤ ਸ਼ਰਮਿੰਦਾ ਹੋਇਆ, ਕਿਉਂਕਿ ਨਾਟਕ ਵਿੱਚ ਗੁਰਸ਼ਰਨ ਭਾਜੀ ਦੇ ਨਾਟਕ ਵਿੱਚ ਬਹੁਤ ਹੀ ਕੀਮਤੀ ਗੱਲਾਂ ਹੁੰਦੀਆਂ ਵਾ, ਉਹਦੇ 'ਚ ਕੋਈ ਅਸ਼ਲੀਲ ਜਾਂ ਲੱਚਰਤਾ ਤਾਂ ਹੁੰਦੀ ਨਹੀਂ ਹੈਗੀ। ਤੇ ਇਸ ਕਰਕੇ ਹਾਲੇ ਥੀਏਟਰ ਨੂੰ ਬਹੁਤ ਇੱਜ਼ਤ ਕਮਾਉਣੀ ਪਊਗੀ, ਮਿਹਨਤ ਕਰਨੀ ਪਊਗੀ। ਜਿਹੜੇ ਨਾਟਕ ਗਰੁੱਪ ਆ ਉਹਨਾਂ ਨੂੰ ਵੀ ਇੱਜ਼ਤ ਕਮਾਉਣੀ ਪਊਗੀ, ਤਾਂ ਲੋਕ ਭੇਜਣਗੇ ਆਪਣੀਆਂ ਧੀਆਂ ਨੂੰ ਨਾਲ। ਤੇ ਸਭ ਤੋਂ ਵੱਡੀ ਗੱਲ ਵੀ ਗੁਰਸ਼ਰਨ ਭਾਜੀ ਦੀਆਂ ਦੋਨੋਂ ਬੇਟੀਆਂ, ਉਹਨਾਂ ਦੀ ਵਾਈਫ ਕੰਮ ਕਰਦੀ ਸੀ, ਅਜਮੇਰ ਔਲਖ ਦੀ ਪਤਨੀ ਤੇ ਉਹਨਾਂ ਦੀਆਂ ਤਿੰਨੇ ਬੇਟੀਆਂ ਕੰਮ ਕਰਦੀਆਂ ਸੀ। ਡਾਕਟਰ ਸਾਹਿਬ ਸਿੰਘ ਦੀਆਂ ਦੋਨੇ ਬੇਟੀਆਂ, ਉਹਨਾਂ ਦੀ ਪਤਨੀ ਕੰਮ ਕਰਦੀ ਹੈ। ਮੇਰੀ ਬੇਟੀ ਤੇ ਮੇਰੀ ਵਾਈਫ ਕੰਮ ਕਰਦੀ ਹੈ। ਇਸ ਤਰ੍ਹਾਂ ਲੋਕਾਂ ਨੂੰ ਆਪਣੇ ਆਪ ਤੋਂ ਹੀ ਸ਼ੁਰੂਆਤ ਕਰਨੀ ਪਊਗੀ, ਸੋ ਤਾਂ ਹੀ ਲੋਕ ਆਪਣੀਆਂ ਬੱਚੀਆਂ ਨੂੰ ਭੇਜਣਗੇ। ਬਿਲਕੁਲ ਜੀ। ਹਰਕੇਸ਼ ਜੀ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋਗੇ ਗੁਰਸ਼ਰਨ ਕਲਾ ਭਵਨ 'ਚ ਹੋਰ ਕੀ ਕੀ ਚੀਜ਼ਾਂ ਅਸੀਂ ਦੇਖ ਸਕਦੇ ਹਾਂ? ਗੁਰਸ਼ਰਨ ਕਲਾ ਭਵਨ ਵਿੱਚ ਨਵਸੇਧ ਲਾਇਬ੍ਰੇਰੀ ਹੈ, ਜਿਹਦੇ ਵਿੱਚ 2500 ਦੇ ਕਰੀਬ ਕਿਤਾਬਾਂ ਵਾ, ਤੇ ਜਿੰਨੀਆਂ ਵੀ ਨਵੀਆਂ ਕਿਤਾਬਾਂ ਛਪਦੀਆਂ ਵਾ ਉਹ ਅਸੀਂ ਇਹਦੇ ਵਿੱਚ ਲੈ ਆਉਂਦੇ ਆ। ਤੇ ਪੰਜਾਬੀ ਸਾਹਿਤ ਸਭਾ ਦਿੱਲੀ ਨਾਲ ਇਹ ਲਾਇਬ੍ਰੇਰੀ ਐਫੀਲੇਟਡ ਹੈ, ਉਹ ਆਪਣੀਆਂ ਕਿਤਾਬਾਂ ਭੇਜਦੇ ਆ। ਸੋ ਇਸ ਤਰ੍ਹਾਂ ਇਹ ਸਾਡੇ ਕੋਲੇ ਇੱਕ ਬਹੁਤ ਖੂਬਸੂਰਤ ਲਾਇਬ੍ਰੇਰੀ ਹੈ ਜਿਹਦਾ ਨਾਮ ਨਵਸੇਧ ਲਾਇਬ੍ਰੇਰੀ ਹੈ। ਤੇ ਉਸ ਤੋਂ ਬਿਨਾਂ ਸੈਮੀਨਾਰ ਹਾਲ ਹੈਗਾ ਸਾਡੇ ਕੋਲੇ। ਤੇ ਗੁਰਸ਼ਰਨ ਕਲਾ ਭਵਨ ਵਿੱਚ ਕਲਾਕਾਰਾਂ ਦੇ ਰਹਿਣ ਲਈ ਅਸੀਂ ਬੈਡਰੂਮ ਵਗੈਰਾ ਬਣਾਏ ਹੋਏ ਆ, ਕਿਚਨ ਵੀ ਇੱਕ ਬਣਾਈ ਹੋਈ ਹੈ। ਤੇ ਇਸ ਤੋਂ ਬਿਨਾਂ ਅਸੀਂ ਇੱਕ ਮਿਊਜ਼ਿਕ ਕੰਪਿਊਟਰ ਰੂਮ ਬਣਾਉਣ ਜਾ ਰਹੇ ਹਾਂ, ਤੇ ਥੱਲੇ ਇੱਕ ਹੋਰ ਸੈਮੀਨਾਰ ਹਾਲ ਬਣਾਉਣ ਜਾ ਰਹੇ ਹਾਂ। ਤੇ ਇਸ ਤਰ੍ਹਾਂ ਗੁਰਸ਼ਰਨ ਕਲਾ ਭਵਨ ਵਿੱਚ ਅਸੀਂ ਆਪਣਾ ਇੱਕ ਪ੍ਰਕਾਸ਼ਨ ਹਾਊਸ ਖੋਲ੍ਹਣਾ ਚਾਹੁੰਦੇ ਹਾਂ ਵੀ ਕਿਤਾਬਾਂ ਵੀ ਅਸੀਂ ਛਾਪਿਆ ਕਰੀਏ। ਤੇ ਇਹ ਸਾਡਾ ਹਲੇ ਏਜੰਡਾ ਵਿਚਾਰ ਅਧੀਨ ਹੈ, ਪਰ ਅਸੀਂ ਕਰਾਂਗੇ ਪੂਰਾ। ਹਰਕੇਸ਼ ਜੀ, ਤੁਸੀਂ ਸੁਸਾਇਟੀ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ? ਰੰਗਮੰਚ ਦੇ ਮਾਧਿਅਮ ਰਾਹੀਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵਾਂ ਕਿ ਅਸੀਂ ਰੰਗਮੰਚ ਨਾਲ ਜੁੜੇ ਹੋਏ ਹਾਂ ਵੀ ਪੰਜਾਬ ਲਈ ਇੱਕ ਮਤਲਬ ਦੁਖਾਂਤਕ ਗੱਲ ਇਹ ਰਹੀ ਹੈ ਕਿ ਪੰਜਾਬ ਹਮੇਸ਼ਾ ਜੰਗਾਂ ਯੁੱਧਾਂ ਦਾ ਇੱਕ ਅਖਾੜਾ ਬਣਦਾ ਰਿਹਾ, ਮੈਦਾਨ ਬਣਦਾ ਰਿਹਾ। ਇੱਥੇ ਕੋਈ ਵੀ ਚੀਜ਼ਾਂ ਕਲਾਸਿਕ ਨਹੀਂ ਬਣ ਸਕੀਆਂ ਹੈਗੀਆਂ। ਸਾਡੇ ਕੋਲੇ ਫੋਕ ਆਰਟ ਤਾਂ ਹੈਗਾ ਵਾ, ਲੋਕ ਨਾਚ ਭੰਗੜਾ ਵੀ ਹੈਗਾ ਵਾ, ਲੋਕ ਵਿਧਾਵਾਂ ਹੈਗੀਆਂ ਵਾ। ਜਿਹੜੀਆਂ ਚੀਜ਼ਾਂ ਕਲਾਸਿਕ ਬਣਨੀਆਂ ਸੀਗੀਆਂ ਉਹ ਅਜੇ ਬਣੀਆਂ ਨਹੀਂ ਹੈਗੀਆਂ। ਸਾਊਥ ਵੱਲ ਜਾਓਗੇ ਤੁਸੀਂ, ਉਹਨਾਂ ਦਾ ਆਪਣਾ ਡਾਂਸ ਕਲਾਸਿਕ ਮਿਊਜ਼ਿਕ ਹੈਗਾ ਵਾ, ਉਹ ਸਾਡੇ ਕੋਲੇ ਹਲੇ ਬਣਨ ਦੇ ਪ੍ਰੋਸੈਸ ਵਿੱਚ ਹੈ, ਉਹਨੂੰ ਬਣਾਉਣਾ ਪਊਗਾ। ਦੂਸਰੀ ਗੱਲ ਇਹ ਹੈ ਕਿ ਲੋਕਾਂ ਨੂੰ ਕਿਤਾਬ ਦਾ ਜਾਣੀ ਲਿਟਰੇਚਰ ਦਾ ਜਿਹੜਾ ਆਦਤ ਹੈ ਉਹ ਪੈਣੀ ਚਾਹੀਦੀ ਹੈ। ਇਹ ਮੈਂ ਕਹਿਣਾ ਚਾਹੂੰਗਾ ਕਿ ਜੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਵਾ, ਬੁਰੀਆਂ ਅਲਾਮਤਾਂ ਤੋਂ ਬੱਚਿਆਂ ਨੂੰ ਬਚਾਉਣਾ ਵਾ, ਤਾਂ ਜ਼ਰੂਰੀ ਹੈ ਕਿ ਉਹਨਾਂ ਦੇ ਹੱਥ ਵਿੱਚ ਕਿਤਾਬ ਹੋਵੇ। ਕਿਤਾਬ ਇੱਕ ਵਿਜ਼ਨ ਦਿੰਦੀ ਹੈ। ਜਿਹੜਾ ਮੋਬਾਈਲ ਹੈ ਨਾ ਹੱਥ ਵਿੱਚ, ਇਹ ਖਤਰਨਾਕ ਚੀਜ਼ ਹੈ, ਇੱਕ ਬੰਬ ਫੜਿਆ ਹੋਇਆ ਵਾ ਜਵਾਕ ਨੇ। ਜੇ ਕਿਤਾਬ ਫੜੀ ਹੋਊਗੀ ਤਾਂ ਜ਼ਿੰਦਗੀ ਫੜੀ ਹੋਈ ਹੈ ਉਹਨੇ। ਇਹ ਮੈਂ ਕਹਿਣਾ ਚਾਹੂੰਗਾ ਪੰਜਾਬ ਦੇ ਲੋਕਾਂ ਨੂੰ। ਜੇ ਐਡੀ ਵੱਡੀ ਸ਼ਖਸੀਅਤ ਤਾਂ ਹੈ ਨਹੀਂ ਮੇਰੀ, ਪਰ ਫਿਰ ਵੀ ਮੈਂ ਇਹ ਕਹਿਣਾ ਚਾਹੂੰਗਾ ਵੀ ਕਿਤਾਬ ਦਾ ਸੱਭਿਆਚਾਰ ਆ ਜਿਹੜਾ ਉਹ ਪੰਜਾਬ ਵਿੱਚ ਉਸਾਰਨਾ ਚਾਹੀਦਾ ਲੋਕਾਂ ਨੂੰ। ਹਰਕੇਸ਼ ਜੀ, ਤੁਹਾਡੇ ਨਾਲ ਗੱਲਾਂ ਕਰਕੇ ਤੁਹਾਡੀ ਲਾਈਫ ਜਰਨੀ ਬਾਰੇ, ਥੀਏਟਰ ਲਾਈਫ ਜਰਨੀ ਬਾਰੇ, ਗੁਰਸ਼ਰਨ ਕਲਾ ਭਵਨ ਬਾਰੇ ਬਹੁਤ ਕੁਝ ਜਾਣਕਾਰੀ ਮਿਲੀ ਸਾਡੇ ਦਰਸ਼ਕਾਂ ਨੂੰ, ਸਾਡੀ ਟੀਮ ਨੂੰ। ਇੱਥੇ ਮੈਂ ਇਹ ਗੱਲ ਕਹਿਣਾ ਚਾਹਾਂਗਾ, ਜੋ ਵੀ ਮੁੱਲਾਪੁਰ ਜਾਂ ਆਸ-ਪਾਸ ਦੇ ਇਲਾਕੇ ਵਿੱਚ ਥੀਏਟਰ ਕਰਨ ਦਾ ਚਾਹਵਾਨ ਨੇ, ਤਾਂ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਇਹਨਾਂ ਦੇ ਡਾਇਰੈਕਟਰ ਹਰਕੇਸ਼ ਚੌਧਰੀ ਜੀ ਨਾਲ ਸੰਪਰਕ ਕਰ ਸਕਦਾ ਹੈ। ਤੁਸੀਂ ਆਪਣੇ ਵਿਚਾਰ ਥੀਏਟਰ ਪ੍ਰਤੀ ਜਾਂ ਕਿਸੇ ਹੋਰ ਵਿਸ਼ੇ ਪ੍ਰਤੀ ਵੀ ਸਾਡੇ ਕਮੈਂਟ ਬਾਕਸ ਵਿੱਚ ਕਰ ਸਕਦੇ ਹੋ। ਹਰਕੇਸ਼ ਚੌਧਰੀ ਜੀ, ਤੁਹਾਡਾ ਵਰਲਡ ਏਸ਼ੀਆ ਟੀਵੀ ਦੇ ਸ਼ੋਅ ਰੰਗਮੰਚ ਔਰ ਫਿਲਮ ਵਿੱਚ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਰਮੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਖਾਸ ਤੌਰ ਤੇ ਵਰਲਡ ਏਸ਼ੀਆ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਆਮ ਤੌਰ ਤੇ ਇੰਟਰਵਿਊਆਂ ਦਾ ਜਿਹੜਾ ਸਿਲਸਿਲਾ ਵਾ ਉਹ ਚੰਡੀਗੜ੍ਹ ਤੱਕ ਸੀਮਿਤ ਰਹਿ ਜਾਂਦਾ। ਤੁਸੀਂ ਪੂਰੇ ਪੰਜਾਬ ਵਿੱਚ ਜਿਹੜੀਆਂ ਰੰਗਕਰਮੀ ਟੀਮਾਂ ਵਾ, ਰੰਗਮੰਚ ਦੀਆਂ ਟੀਮਾਂ ਵਾ, ਉਹਨਾਂ ਨੂੰ ਮਿਲ ਕੇ ਉਹਨਾਂ ਦੀ ਇੰਟਰਵਿਊ ਕਰ ਰਹੇ ਹੋ, ਸਾਡੀ ਆਵਾਜ਼ ਲੋਕਾਂ ਤੱਕ ਲੈ ਕੇ ਜਾ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।
है।